ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਕੁਛ ਵਪਾਰਿਕ ਸੁਨੇਹੇ ਤੇ ਫਿਰ ਹਾਜ਼ਰ ਹੁੰਨੇ ਤੁਹਾਡੇ ਨਾਲ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਪ੍ਰੋਗਰਾਮ ਦੇ ਵਿੱਚ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਸੈਟਲ ਏਰੀਆ ਦੇ ਵਿੱਚ ਤੁਹਾਨੂੰ ਲੋਕਲ ਜੌਬ ਦਿੰਦੀ ਹੈ। ਡੇਲੀ ਹੋਮ ਜਾ ਸਕਦੇ ਹੋ। ਤੁਹਾਡੀ ਸਹੂਲਤ ਦੇ ਲਈ ਪੰਜਾਬੀ 'ਚ ਤੇ ਇੰਗਲਿਸ਼ 'ਚ ਡਿਸਪੈਚ ਕਰਦੇ ਨੇ। ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ, ਸਰਦਾਰ ਹਰਦੀਪ ਸਿੰਘ ਡਿਬਡਬਾ ਹੋਰਾਂ ਦਾ ਜੇ ਆਪਾਂ ਗੱਲ ਕਰੀਏ, ਬੜਾ ਯੋਗਦਾਨ ਹੈ। ਗੰਗਾ ਨਗਰ ਸਾਨੂੰ ਨੇੜੇ ਪੈਂਦਾ ਹੈ। ਉੱਥੋਂ ਦੀ ਸਿੱਖ ਸਿਆਸਤ ਦੇ ਵਿੱਚ ਉਹਨਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦੇ ਇਕਲੌਤੇ ਪੁੱਤਰੇ ਦੀ ਕੱਲ੍ਹ ਅੰਤਿਮ ਅਰਦਾਸ ਸੀ। ਅੰਤਿਮ ਅਰਦਾਸ ਦੇ ਵਿੱਚ ਕਿਸਾਨ ਜਥੇਬੰਦੀਆਂ, ਹੋਰ ਪੋਲੀਟੀਕਲ ਪਾਰਟੀਆਂ ਸਾਰੀਆਂ ਪਹੁੰਚੀਆਂ। ਬਿਲਕੁਲ ਜੀ, ਬਹੁਤ ਆਪਾਂ ਕਹਾਂਗੇ ਕੁਦਰਤ ਨੇ ਇੱਕ ਬਹੁਤ ਜ਼ਿਆਦਾ ਕਹਿਰ ਵਰਤਾਇਆ ਹੈ ਜੀ। ਪਰਿਵਾਰ ਦਾ ਇੱਕੋ ਇੱਕ ਨੌਜਵਾਨ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਔਰ ਜੇ ਆਪਾਂ ਹਰਦੀਪ ਸਿੰਘ ਡਿਬਡਬਾ ਹੋਰਾਂ ਦੀ ਗੱਲ ਕਰੀਏ ਜੀ ਤਾਂ ਉਹ ਕੋਈ ਸਧਾਰਨ ਵਿਅਕਤੀ ਨਹੀਂ। ਹੂੰ। ਉਹਨਾਂ ਨੇ ਪੰਥਕ ਸਫਾਂ ਦੇ ਵਿੱਚ ਰਹਿ ਕੇ ਜੀ ਬਹੁਤ ਵੱਡੀ ਸੇਵਾ ਕੀਤੀ ਹੈ ਜੀ। ਸੇਵਾ ਦੋ ਪੱਖੋਂ ਹੁੰਦੀ ਹੈ। ਹੂੰ। ਇੱਕ ਸੇਵਾ ਉਹ ਹੁੰਦੀ ਹੈ ਜਿਹੜੀ ਆਪਾਂ ਪਾਠ ਪੂਜਾ ਕਰ ਲਈਏ, ਜੀ, ਲੰਗਰ ਚਲਾ ਲਈਏ। ਇੱਕ ਸੇਵਾ ਉਹ ਹੁੰਦੀ ਹੈ ਕਿ ਜਿਹੜੀ ਇਤਿਹਾਸ ਨੂੰ ਸੰਭਾਲਿਆ ਜਾਵੇ। ਜੀ। ਇਤਿਹਾਸ ਵੀ ਦੋ ਕਿਸਮ ਦਾ ਦੋ ਕਿਸਮ ਦਾ, ਇੱਕ ਅੱਖੀ ਡਿੱਠਾ ਇਤਿਹਾਸ ਹੁੰਦਾ, ਇੱਕ ਕੰਨੀ ਸੁਣਿਆ ਇਤਿਹਾਸ। ਇੱਕ ਇਤਿਹਾਸ ਜਿਹੜਾ ਹੁੰਦਾ ਹੈ ਉਹ ਕਲਮ ਘਸੀਟਾਂ ਤੋਂ ਲਿਖਵਾਇਆ ਜਾਂਦਾ ਹੈ ਜੀ। ਇੱਕ ਇਤਿਹਾਸ ਉਹ ਹੁੰਦਾ ਹੈ ਜਿਹੜਾ ਅੱਖੀਂ ਡਿੱਠਾ ਹੁੰਦਾ ਤੇ ਜੀਵਿਆ ਹੁੰਦਾ। ਜੀਵਿਆ ਹੁੰਦਾ ਤੇ ਉਹਦਾ ਜਿਹੜਾ ਚਸ਼ਮਦੀਦ ਹੈ ਉਹਨੂੰ ਕਲਮਬੰਦ ਕਰਨਾ ਕੋਈ ਛੋਟੀ ਗੱਲ ਨਹੀਂ। ਹੂੰ। ਜੇ ਆਪਾਂ ਇਹਦੀ ਲੜਕੇ ਦੀ ਗੱਲ ਕਰੀਏ ਜੀ ਤਾਂ ਇਹ ਤਰਾਈ ਦੇ ਖੇਤਰ ਚੋਂ, ਜਾਂ ਇਹ ਕਹਿ ਲਈਏ ਆਪਾਂ ਯੂਪੀ ਤੋਂ, ਪੱਛਮੀ ਉੱਤਰ ਪ੍ਰਦੇਸ਼ ਤੋਂ ਹੂੰ ਟਰੈਕਟਰ ਲੈ ਕੇ ਦਿੱਲੀ ਦੇ ਕਿਸਾਨ ਪਰੇਡ ਦੇ ਵਿੱਚ ਆਉਂਦਾ ਹੈ। ਗਾਜੀਪੁਰ ਤੋਂ ਸ਼ਾਮਲ ਹੁੰਦਾ ਹੈ। ਸਾਰੇ ਲੋਕ ਜਿਹੜੇ ਹੈਗੇ ਨਾਲ ਆਉਂਦੇ ਹੈ। ਔਰ ITO ਦੇ ਲਾਗੇ ਇੱਕ ਹਾਦਸਾ ਹੁੰਦਾ ਹੈ ਜੀ। ਹਾਦਸਾ ਵੀ ਅਸੀਂ ਇਸ ਕਰਕੇ ਕਹਿੰਦੇ ਹਾਂ ਕਿ ਜਦੋਂ ਨੌਜਵਾਨ ਬੱਚਾ ਨਾ ਰਵੇ ਤਾਂ ਉਹ ਇੱਕ ਬਹੁਤ ਵੱਡਾ ਹਾਦਸਾ ਹੈ ਪਰਿਵਾਰ ਲਈ ਜੀ, ਜਿਹੜਾ ਨਾਕਾਬਲੇ ਬਰਦਾਸ਼ਤ ਹੈ। ਲੇਕਿਨ ਉਸ ਹਾਦਸੇ ਬਾਰੇ ਵੀ ਵੱਖ ਰਾਇ ਹੈ ਜੀ। ਪੁਲਿਸ ਕਹਿੰਦੀ ਹੈ ਕਿ ਟਰੈਕਟਰ ਪਲਟਣ ਦੇ ਨਾਲ ਉਹਦੀ ਮੌਤ ਹੋਈ ਹੈ। ਕੁਝ ਲੋਕਾਂ ਨੇ ਉਹਦੇ 'ਤੇ ਟਵੀਟ ਕੀਤੇ ਸੀ, ਸੀਨੀਅਰ ਪੱਤਰਕਾਰਾਂ ਨੇ, ਕਿ ਇਹ ਮੌਤ ਜਿਹੜੀ ਹੈਗੀ ਹੈ ਟਰੈਕਟਰ ਦੇ ਉਲਟਣ ਨਾਲ ਨਹੀਂ ਹੋਈ, ਸਗੋਂ ਪੁਲਿਸ ਦੀ ਗੋਲੀ ਨਾਲ ਹੋਈ ਹੈ ਜੀ। ਬਾਅਦ ਦੇ ਵਿੱਚ ਪੁਲਿਸ ਨੇ ਦਾਅਵਾ ਕੀਤਾ ਕਿ ਪੋਸਟਮਾਰਟਮ ਦੀ ਰਿਪੋਰਟ ਇਹ ਗੱਲ ਕਹਿੰਦੀ ਹੈ ਕਿ ਜੀ ਇਹ ਗੋਲੀ ਨਹੀਂ ਲੱਗੀ, ਸਿਰਫ ਤੇ ਸਿਰਫ ਐਕਸੀਡੈਂਟ ਹੈ ਜੀ। ਕੌਮਾਂਤਰੀ ਪੱਧਰ ਦੇ ਉੱਤੇ ਇਸ ਚੀਜ਼ ਦਾ ਨੋਟਿਸ ਲਿਆ ਗਿਆ। ਅਖਬਾਰਾਂ ਦੇ ਵਿੱਚ ਖਬਰਾਂ ਪ੍ਰਕਾਸ਼ਿਤ ਹੋਈਆਂ। ਕੁਝ ਸੰਸਥਾਵਾਂ ਨੇ ਇਹਦੀ ਜਿਹੜੀ ਹੈਗੀ ਹੈ ਘੋਖ ਕਰਨ ਦੀ ਕੋਸ਼ਿਸ਼ ਕੀਤੀ ਜੀ। ਇੰਗਲੈਂਡ ਦੇ ਵਿੱਚੋਂ ਖਬਰ ਆਈ ਹੈ ਕਿ ਜਿਹੜੇ ਉੱਥੋਂ ਦੇ ਕੁਝ ਲੋਕ, ਉਦਮੀ ਲੋਕ ਸੀ ਜੀ, ਉਹਨਾਂ ਨੇ ਬੜੇ ਸੀਨੀਅਰ ਡਾਕਟਰਾਂ ਦੇ ਨਾਲ, ਜਿਨ੍ਹਾਂ ਨੂੰ ਪੋਸਟਮਾਰਟਮ ਨੂੰ ਪਰਖਣ ਦੀ, ਦੇਖਣ ਦੀ ਜਾਂਚ ਹੈ, ਉਹਨਾਂ ਦੇ ਨਾਲ ਤਾਲਮੇਲ ਸਥਾਪਿਤ ਕਰਕੇ ਜੋ ਉਹਨਾਂ ਤੋਂ ਰਿਪੋਰਟ ਹਾਸਲ ਕੀਤੀ ਹੈ ਜੀ, ਉਸ ਰਿਪੋਰਟ ਦੇ ਵਿੱਚ ਇਹ ਆਉਂਦਾ ਹੈ ਕਿ ਇਹਨੂੰ ਗੋਲੀ ਲੱਗੀ ਹੈ। ਅਸੀਂ ਨਾ ਤਾਂ ਇੰਗਲੈਂਡ ਵਾਲੀ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਜੀ, ਤੇ ਨਾ ਹੀ ਅਸੀਂ ਭਾਰਤ ਸਰਕਾਰ ਵਾਲੀ ਪੁਸ਼ਟੀ ਕਰ ਸਕਦੇ, ਕਿਉਂਕਿ ਜਿਨ੍ਹਾਂ ਪੱਤਰਕਾਰਾਂ ਨੇ ਪਹਿਲਾਂ ਕਿਹਾ ਸੀ ਕਿ ਇਹ ਮੌਤ ਗੋਲੀ ਲੱਗਣ ਨਾਲ ਹੋਈ ਹੈ, ਉਹਨਾਂ ਪੱਤਰਕਾਰਾਂ ਨੂੰ ਤੇ ਕੁਝ ਪੋਲੀਟੀਕਲ ਬੰਦਿਆਂ ਨੂੰ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਘੇਰੇ 'ਚ ਲੈ ਲਿਆ ਜੀ। ਜੇ ਅਸੀਂ ਦੇਖੀਏ ਤਾਂ ਦੋ ਵੱਡੇ ਨਾਂ ਹੈ।
ਇੱਕ ਨਾਂ ਹੈ ਰਾਜਦੀਪ ਸਰਦੇਸਾਈ। ਰਾਜਦੀਪ ਸਰਦੇਸਾਈ ਦਾ ਬਿਲਕੁਲ। ਰਾਜਦੀਪ ਸਰਦੇਸਾਈ ਦੇ ਖਿਲਾਫ ਪਰਚਾ ਦਰਜ ਕਰ ਲਿਆ ਕਿ ਉਹ ਲੋਕਾਂ ਨੂੰ ਗੁੰਮਰਾਹ ਕਰਦਾ, ਝੂਠੀ ਅਫਵਾਹ ਫੈਲਾਉਂਦਾ ਹੈ ਜੀ। ਔਰ ਰਾਜਦੀਪ ਸਰਦੇਸਾਈ ਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਅਜਿਹਾ ਪੱਤਰਕਾਰ ਹੈ ਜਿਹੜਾ ਹਰ ਚੀਜ਼ ਨੂੰ ਚੰਗੀ ਤਰ੍ਹਾਂ ਘੋਖਦਾ ਹੈ ਤੇ ਉਹਦੇ ਤੇ ਆਪਣੀ ਟਿੱਪਣੀ ਦਿੰਦਾ ਹੈ ਜੀ। ਜਦੋਂ ਸਰਕਾਰ ਨੇ ਇਹ ਗੱਲ ਕਹੀ ਕਿ ਨਹੀਂ ਇਹ ਗੋਲੀ ਨਾਲ ਮੌਤ ਨਹੀਂ ਹੋਈ, ਇਹ ਐਕਸੀਡੈਂਟ ਨਾਲ ਹੋਈ ਹੈ, ਤੇ ਉਹਨੇ ਆਪਣੀ ਗਲਤੀ ਦੇ ਵਿੱਚ ਸੁਧਾਰ ਵੀ ਕਰ ਲਿਆ ਸੀ ਜੀ। ਲੇਕਿਨ ਇਹਦੇ ਬਾਵਜੂਦ ਵੀ ਉਹਨੂੰ ਟਾਰਗੇਟ ਕੀਤਾ ਗਿਆ। ਔਰ ਦੂਜੇ ਪਾਸੇ ਤੁਸੀਂ ਦੇਖੋ, ਜੇ ਪੋਲੀਟੀਸ਼ੀਅਨਾਂ ਦੇ ਵਿੱਚੋਂ ਆਪਾਂ ਦੇਖੀਏ ਜੀ ਤਾਂ ਭਾਰਤ ਦੀ ਪੋਲੀਟਿਕਸ ਦੇ ਵਿੱਚ ਇੱਕ ਵੱਡਾ ਨਾਂ ਹੈ ਸ਼ਸ਼ੀ ਥਰੂਰ। ਜੀ ਬਿਲਕੁਲ। ਸ਼ਸ਼ੀ ਥਰੂਰ ਇਸ ਕਰਕੇ ਵੱਡਾ ਨਾਂ ਨਹੀਂ ਕਿ ਉਹ ਪਾਰਲੀਮੈਂਟ ਦਾ ਮੈਂਬਰ ਹੈ, ਇਸ ਕਰਕੇ ਵੱਡਾ ਨਾਂ ਨਹੀਂ ਕਿ ਉਸ ਬੰਦੇ ਨੇ ਵਜ਼ਾਰਤ ਵੀ ਮਾਣੀ ਹੈ ਜੀ, ਸਗੋਂ ਇਸ ਕਰਕੇ ਵੱਡਾ ਨਾਂ ਉਹਦਾ ਹੈ ਕਿਉਂਕਿ ਉਹ ਇੰਡੀਅਨ ਫੋਰਨ ਸਰਵਿਸ ਦੇ ਨਾਲ ਰਿਲੇਟਡ ਔਰ ਉਹਨੇ ਬੜੀਆਂ ਅਹਿਮ ਪੋਜੀਸ਼ਨਾਂ ਦੇ ਉੱਤੇ ਜਿਹੜੀ ਹੈ ਬੈਠ ਕੇ ਆਪਣੀ ਡਿਊਟੀ ਨਿਭਾਈ ਹੈ। ਤੇ ਜਦੋਂ ਇੰਡੀਅਨ ਫੋਰਨ ਸਰਵਿਸ ਦਾ ਇੱਕ ਕਾਰਕੁਨ ਹੁੰਦਿਆਂ ਜੀ, ਉਹਦਾ ਇੱਕ ਵਰਕਰ ਹੁੰਦਿਆਂ ਬੰਦਾ ਵਿਦੇਸ਼ੀ ਧਰਤੀਆਂ ਦੇ ਉੱਤੇ ਆਪਣੀ ਭੂਮਿਕਾ ਨਿਭਾਉਂਦਾ ਹੈ ਜੀ, ਇਹ ਸਾਨੂੰ ਪਤਾ ਵੀ ਉਹਦੀ ਭੂਮਿਕਾ ਕਿੰਨੀ ਅਹਿਮ ਹੁੰਦੀ ਹੈ। ਅੱਜ ਕੱਲ੍ਹ ਜਦੋਂ ਆਪਾਂ ਗੱਲਾਂ ਕਰਦੇ ਹਾਂ ਜੀ, ਬੜੀ ਡਿਬੇਟ ਚੱਲ ਰਹੀ ਹੈ ਕਿਸਾਨ ਮੁੱਦੇ ਨੂੰ ਲੈ ਕੇ, ਕਿਸਾਨ ਅੰਦੋਲਨ ਨੂੰ ਲੈ ਕੇ, ਤੇ ਬੜੇ ਵੱਡੇ ਵੱਡੇ ਬੰਦੇ ਜਿਹੜੇ ਬਾਹਰਲੀ ਧਰਤੀ ਦੇ ਉੱਤੇ ਬੈਠ ਕੇ ਤਾਂ ਮਤਲਬ ਬਹੁਤ ਕੁਛ ਕਹਿੰਦੇ ਆ ਜੀ, ਰੇਤ ਦੀਆਂ ਕੰਧਾਂ ਢਾਹ ਦੇਣਗੇ ਜੀ ਜੀ, ਲੇਕਿਨ ਉੱਥੇ ਭਾਈਚਾਰਾ ਉਹਨਾਂ ਤੇ ਕਈ ਵਾਰੀ ਕਿੰਤੂ ਪ੍ਰੰਤੂ ਕਰਦਾ, ਉਂਗਲਾ ਠਾਉਂਦਾ ਡੈਸਪੋਰਾ। ਉਹ ਕਹਿੰਦੇ ਵੀ ਇਹ ਲੋਕ ਭਾਰਤ ਦੇ ਵਿੱਚ ਜਾ ਕੇ ਕਿਉਂ ਨਹੀਂ ਕਰਦੇ, ਤੇ ਫਿਰ ਉਹ ਕਹਿੰਦੇ ਜੀ ਸਾਡੀਆਂ ਜਾਇਦਾਦਾਂ ਉਹ ਜ਼ਬਤ ਹੋ ਜਾਣਗੀਆਂ, ਉਹ ਜਾਇਦਾਦਾਂ ਦੀਆਂ ਤੋਂ ਵੀ ਜ਼ਬਤ ਹੁੰਦੀਆਂ। ਪਰ ਅਗਲੀ ਗੱਲ ਕਹਿੰਦੇ ਹੈ ਕਿ ਕਈ ਵਾਰੀ ਉਹਨਾਂ ਲੋਕਾਂ ਨੂੰ ਜਿਹਨੂੰ ਉਹ ਚਾਹੁਣ ਉਹਦਾ ਵੀਜ਼ਾ ਲੱਗ ਜਾਂਦਾ, ਜਿਹਨੂੰ ਚਾਹੁਣ ਉਹਨੂੰ ਉੱਥੇ ਜਿਹੜੀ ਹੈਗੀ ਹੈ ਸਟੇ ਮਿਲ ਜਾਂਦੀ, ਸਿਕਿਉਰਿਟੀ ਮਿਲ ਜਾਂਦੀ ਹੈ, ਇੱਜ਼ਤਮਾਨ ਮਿਲ ਜਾਂਦਾ, ਕੰਮ ਹੁੰਦੇ ਨੇ। ਔਰ ਇਹ ਕਿਹਾ ਜਾਂਦਾ ਕਿ ਉਹ ਜਿਹੜੇ ਹੈਗੇ ਆ ਭਾਰਤੀ ਦੂਤਘਰ, ਉਹਨਾਂ ਦੂਤਘਰਾਂ ਦੇ ਨਾਲ ਉਹਨਾਂ ਦਾ ਤਾਲਮੇਲ ਹੈ। ਇਹ ਦਾਨੇਵਾਲੀਆ ਸਾਹਿਬ ਜਦੋਂ ਸਟੇਟ ਨੇ ਕਿਸੇ ਦੇਸ਼ ਦੇ ਵਿੱਚ ਰਾਜ ਭਾਗ ਕਰਨਾ ਹੁੰਦਾ ਹੈ ਜੀ, ਉਹਦੀ ਵਰਕਿੰਗ ਦੇ ਕਈ ਤੌਰ ਤਰੀਕੇ ਹੁੰਦੇ। ਉਹਨਾਂ ਤੌਰ ਤਰੀਕਿਆਂ ਦੇ ਵਿੱਚ ਕੀ ਹੁੰਦਾ ਕਿ ਸਮਾਜ ਦੇ ਵਿੱਚ ਜੀ ਡਿਵੀਜ਼ਨ ਕ੍ਰੀਏਟ ਕੀਤੀ ਜਾਵੇ, ਡਿਵੀਜ਼ਨ ਕ੍ਰੀਏਟ ਕਰਕੇ ਉਹਦੇ ਤੋਂ ਪੋਲਰਾਈਜੇਸ਼ਨ ਕੀਤੀ ਜਾਵੇ ਜੀ, ਘੱਟ ਗਿਣਤੀ ਨੂੰ ਥੋੜ੍ਹਾ ਜਿਹਾ ਜਿਹੜਾ ਹੈਗਾ ਉਕਸਾਉਣ ਵਾਲਾ ਕੰਮ ਕੀਤਾ ਜਾਵੇ। ਉਹਨਾਂ ਦੇ ਕੁਝ ਅਜਿਹੇ ਲੀਡਰਾਂ ਨੂੰ ਆਪਣੇ ਕਬਜ਼ੇ 'ਚ ਲਿਆ ਜਾਵੇ ਜਿਹੜੇ 24 ਘੰਟੇ ਆਪਣੇ ਇੱਕ ਵੱਖਰੇ ਰਾਜ ਦੀ ਗੱਲ ਕਰਨ ਔਰ ਅਮਲੀ ਤੌਰ ਤੇ ਕੁਛ ਨਾ ਕਰਨ, ਗੱਲਾਂ ਬਾਤਾਂ ਕਰੀ ਜਾਣ, ਨਾਲੇ ਪਤਾ ਲੱਗੀ ਚੱਲੇ ਵੀ ਹੋਰ ਮਨਾਂ 'ਚ ਕੀ ਆ ਲੋਕਾਂ ਦੇ, ਉਹਨਾਂ ਦੀ ਵੀ CID ਲੈ ਲੈਂਦੇ, ਤੇ ਫਿਰ ਦੇਸ਼ ਦੇ ਵਿੱਚ ਬਹੁ ਗਿਣਤੀ ਨੂੰ ਉਹਨਾਂ ਦੇ ਖਿਲਾਫ ਉਕਸਾਇਆ ਜਾਂਦਾ। ਜਿਵੇਂ ਤੁਸੀਂ ਦੇਖਿਆ ਹੋਣਾ ਹੈ, ਅੱਜ ਮੈਨੂੰ ਕਿਸੇ ਦਾ ਟੈਲੀਫੋਨ ਆਇਆ ਬਾਹਰੋਂ, ਉਹ ਕਹਿੰਦੇ ਜੀ ਰਿਹਾਨਾ ਦੀ ਟਵੀਟ ਤੋਂ ਬਾਅਦ ਪਾਕਿਸਤਾਨ ਦੇ ਇੱਕ ਜਿਹੜਾ ਹੈਗਾ ਵਸਨੀਕ ਨੂੰ, ਜਿਹਨੂੰ ਪਾਕਿਸਤਾਨ ਦੀ ਸਰਕਾਰ ਨੇ ਅਨਵਾਂਟਡ ਕਰਾਰ ਦਿੱਤਾ ਹੋਇਆ, ਉਹਦੇ ਖਿਲਾਫ ਸ਼ਾਇਦ ਉਹ ਕੋਈ ਕਾਰਵਾਈ ਵੀ ਕਰ ਰਹੇ ਹੈ, ਉਹਨੂੰ ਮੰਚ ਤੇ ਲਿਆ ਕੇ, ਇੱਕ ਰੇਡੀਓ ਦੇ ਮੰਚ ਤੇ ਲਿਆ ਕੇ, ਤੇ ਉਹਦੇ ਤੋਂ ਫਿਰ ਭਾਰਤ ਦੇ ਖਿਲਾਫ ਪ੍ਰਚਾਰ ਪ੍ਰਸਾਰ ਕਰਵਾਇਆ ਗਿਆ ਕਿ ਜੀ ਆਏ ਤੇ ਆਏ ਰਿਹਾਨਾ ਦੇ ਖਿਲਾਫ ਜਿਹੜਾ ਹੈਗਾ ਪ੍ਰਚਾਰ ਪ੍ਰਸਾਰ ਕਰਵਾਇਆ ਗਿਆ। ਭਾਰਤ ਦੇ ਖਿਲਾਫ ਨਹੀਂ, ਆਪਾਂ ਕਹਾਂਗੇ ਭਾਰਤੀ ਲੋਕਾਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ, ਔਰ ਹੱਕ 'ਚ ਕਿਹਦੇ ਬੁਲਵਾਇਆ ਗਿਆ, ਭਾਰਤ ਸਰਕਾਰ ਦੇ ਜੀ। ਇਸ ਕਿਸਮ ਦੀਆਂ ਗੱਲਾਂ ਏਜੰਸੀਆਂ ਕਰਦੀਆਂ ਹੁੰਦੀਆਂ। ਏਜੰਸੀਆਂ ਜਦੋਂ ਕਿਸੇ ਬੰਦੇ ਨੂੰ ਇਸਤੇਮਾਲ ਕਰਦੀਆਂ ਕੋਈ ਪਤਾ ਨਹੀਂ ਲੱਗਦਾ। ਤੁਹਾਡੇ ਧਿਆਨ 'ਚ ਹੋਣਾ ਜਦੋਂ ਜਸਟਿਨ ਟਰੂਡੋ ਭਾਰਤ ਦੇ ਵਿੱਚ ਆਏ ਹੈ, ਹਾਂਜੀ, ਉਦੋਂ ਇੱਕ ਵਿਅਕਤੀ ਦਾ ਜ਼ਿਕਰ ਹੋਇਆ ਸੀ ਕਿ ਉਹਨਾਂ ਦੇ ਮਹਿਮਾਨਾਂ ਦੇ ਨਾਲ ਇੱਕ ਅਜਿਹਾ ਵਿਅਕਤੀ ਸੀ ਜਿਸ ਵਿਅਕਤੀ ਦੀ ਭਾਰਤ ਦੇ ਵਿੱਚ ਆਮਦ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਇਤਰਾਜ਼ ਹੋ ਸਕਦਾ ਸੀ। ਉਹਦੇ ਤੇ ਇਹ ਵੀ ਇਲਜ਼ਾਮ ਸੀ ਕਿ ਉਸ ਬੰਦੇ ਨੇ ਇੱਕ ਅਕਾਲੀ ਮੰਤਰੀ ਦੇ ਉੱਤੇ ਹਮਲਾ ਕਰਵਾਇਆ ਸੀ ਜੀ ਕੈਨੇਡਾ ਦੇ ਵਿੱਚ, ਔਰ ਉਹਨੂੰ ਸਜ਼ਾ ਵਗੈਰਾ ਵੀ ਹੋਈ ਸੀ। ਉਹਦੇ ਤੇ ਇਹ ਇਲਜ਼ਾਮ ਸੀ ਕਿ ਉਹ ਬੰਦਾ ਜਿਹੜਾ ਹੈਗਾ ਵੱਖਵਾਦੀ ਹੈ। ਲੇਕਿਨ ਜਿਹੜਾ ਬੰਦਾ ਵੱਖਵਾਦੀ ਹੈ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਟੀਮ ਦੇ ਵਿੱਚ ਸ਼ਾਮਲ ਹੋਵੇ, ਉਹਦੇ ਮਹਿਮਾਨਾਂ ਦੇ ਵਿੱਚ ਸ਼ਾਮਲ ਹੋਵੇ ਜੀ, ਉਸ ਬੰਦੇ ਨੂੰ ਜਿਹੜੀ ਉਹਦੀ ਉਹ ਲਿਸਟ ਕਲੀਅਰ ਕੀਤੀ ਹੈ, ਉਹ ਲਿਸਟ ਕਲੀਅਰ ਕਿਵੇਂ ਹੋ ਗਈ? ਅੱਛਾ ਜੀ। ਤਾਂ ਉਦੋਂ ਦਾਨੇਵਾਲੀਆ ਸਾਹਿਬ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਅਸਲ ਦੇ ਵਿੱਚ ਉਹ ਭਾਰਤੀ ਏਜੰਸੀਆਂ ਨੇ, ਭਾਰਤੀ ਦੂਤਘਰ ਨੇ ਪਲਾਂਟ ਕੀਤਾ ਸੀ ਜੀ ਉਸ ਟੀਮ ਦੇ ਵਿੱਚ, ਤਾਂ ਕਿ ਉਹਦਾ ਇੱਥੇ ਲਾਹਾ ਖੱਟਿਆ ਜਾਵੇ। ਇਸ ਕਿਸਮ ਦੀਆਂ ਕਈ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ। ਸੋ ਮੈਂ ਜਿਹੜੀ ਸ਼ਸ਼ੀ ਥਰੂਰ ਦੀ ਗੱਲ ਕਰਦਾ ਕਿ ਸ਼ਸ਼ੀ ਥਰੂਰ ਉਸ ਸੇਵਾ ਦੇ ਨਾਲ ਸੰਬੰਧਿਤ ਰਿਹਾ, ਤਾਂ ਉਹਦੇ ਕੋਲੇ ਕਿਵੇਂ ਏਜੰਸੀਆਂ ਕੰਮ ਕਰਦੀਆਂ, ਕੀ ਕੁਛ ਕਰਦੀਆਂ, ਸਾਰਾ ਕੁਝ ਪਤਾ, ਉਹਨੂੰ ਸਾਰਾ ਕੁਛ ਪਤਾ ਹੈ। ਇਸ ਕਰਕੇ ਮਤਲਬ MP ਤੇ ਵਜ਼ੀਰ ਦੇ ਨਾਲ ਉਹਦੀ ਅਹਿਮੀਅਤ ਜ਼ਿਆਦਾ ਇਸ ਕਰਕੇ ਇਹ ਜਿਹੜਾ
ਪਰਚਾ ਦਰਜ ਹੋਇਆ ਹੈ ਰਾਜਦੀਪ ਸਰਦੇਸਾਈ ਦੇ ਖਿਲਾਫ, ਜੀ ਉਸ ਪਰਚੇ ਦੇ ਵਿੱਚ ਸ਼ਸ਼ੀ ਥਰੂਰ ਦਾ ਨਾਂ ਵੀ ਹੈ। ਨਾ ਵੀ ਅੱਛਾ ਜੀ। ਔਰ ਇਸ ਅੰਦੋਲਨ ਨਾਲ ਸੰਬੰਧਿਤ ਲਗਭਗ 6 ਪੱਤਰਕਾਰਾਂ ਦੇ ਖਿਲਾਫ ਪਰਚਾ ਦਰਜ ਹੋਇਆ ਹੈ। ਮਨਦੀਪ ਪੂਨੀਆ ਤਾਂ ਜੇ ਕੱਲ ਪਰਸੋਂ ਹੀ ਰਿਹਾ ਹੋ ਕੇ ਆਇਆ ਜੀ ਜੀ। ਤੇ ਮਨਦੀਪ ਪੂਨੀਆ ਦੇ ਨਾਲ ਜਿਹੜਾ ਕੁਝ ਹੋਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਹੂੰ ਉਹਦਾ ਲੈਣਾ ਦੇਣਾ ਕੀ ਹੈ। ਤੇ ਹੁਣ ਉਹ ਬੰਦਾ ਜਦੋਂ ਬਾਹਰ ਆਇਆ, ਜੀ ਪੱਤਰਕਾਰਤਾ ਦਾ ਕੰਮ ਕਿੰਨਾ ਔਖਾ ਹੈ। ਹੂੰ ਬਾਹਰ ਆ ਕੇ ਉਹਨੇ ਪੱਤਰਕਾਰਾਂ ਨੂੰ ਜਿਹੜਾ ਦੂਜਾ ਭਾਈਚਾਰਾ ਸੀ ਉਹਨਾਂ ਨੂੰ ਉਹਨੇ ਆਪਣੀ ਵਰਕਿੰਗ ਦਾ ਤੌਰ ਤਰੀਕਾ ਦਿਖਾਇਆ ਕਿ ਮੈਂ ਜੇਲ੍ਹ ਦੇ ਵਿੱਚ ਵੀ ਜਾ ਕੇ ਜਿਹੜੀ ਹੈਗੀ ਹੈ ਗੋਦੀ ਮੀਡੀਆ ਵਾਲਾ ਕੰਮ ਨਹੀਂ ਕੀਤਾ, ਜੀ ਮੈਂ ਅਸਲ ਮੀਡੀਆ ਵਾਲਾ ਕੰਮ ਕੀਤਾ, ਮੈਂ TRP ਵਧਾਉਣ ਵਾਲਾ ਕੰਮ ਨਹੀਂ ਕੀਤਾ, ਜੀ। ਮੈਂ ਜਿਹੜੀ ਹਕੀਕਤ ਹੈ ਉਹ ਉਹ ਹਕੀਕਤ ਦੀ ਤਹਿ ਤੱਕ ਗਿਆ। ਕਿਸਾਨ ਜਿਹੜੇ ਅੰਦਰ ਸੀ ਕਹਿੰਦਾ ਉਹਨਾਂ ਦੀ ਹਾਲਤ ਸਾਡੇ ਨਾਲੋਂ ਵੀ ਮਾੜੀ ਹੈ। ਔਰ ਉਹਨਾਂ ਕਿਸਾਨਾਂ ਦੇ ਕੀ ਜਿਹੜੇ ਹੈਗੇ ਦੁੱਖ ਦਰਦ ਹੈ, ਕੀ ਗੱਲਾਂ ਬਾਤਾਂ, ਕੀ ਪ੍ਰੋਬਲਮਸ ਹੈ, ਉਹਦੇ ਕੋਲ ਕੋਈ ਕਾਗਜ਼ ਨਹੀਂ ਸੀ। ਜੀ ਉਹਨੇ ਜਿਹੜੀ ਨੋਟਿੰਗ ਲਈ ਹੈ, ਹੂੰ ਕਿਉਂਕਿ ਜਦੋਂ ਸਾਰੀ ਗੱਲਬਾਤ ਸੁਣ ਲਈ ਕੁਝ ਗੱਲਾਂ ਮਨ 'ਚ ਪੈ ਗਈਆਂ, ਆਪਣੀ ਬੈਰਕ ਦੇ ਵਿੱਚ ਗਿਆ, ਉਹਨੇ ਆਪਣੇ ਜਿਸਮ ਤੋਂ ਕੱਪੜੇ ਲਾਹੇ, ਬਾਹਾਂ ਤੇ ਲੱਤਾਂ ਦੇ ਉੱਤੇ ਲਿਖ ਕੇ ਲੈ ਗਏ। ਹੂੰ ਜਿਹੜੀ ਨੋਟਿੰਗ ਲਈ ਹੈ ਉਹਦੇ ਤੇ ਲਿਖ ਕੇ ਆਇਆ, ਤਾਂ ਕਿ ਉਹਦੇ ਤੋਂ ਆਪਣੀ ਉਹ ਰਿਪੋਰਟ ਜਿਹੜੀ ਹੈ ਮੁਕੰਮਲ ਤਿਆਰ ਕਰੀ ਜੀ। ਕਾਰਵਾਂ ਵਾਸਤੇ ਅਗਲੇ ਦਿਨਾਂ ਜਦੋਂ ਕਾਰਵਾਂ ਆਊਗਾ ਆਪਾਂ ਉਦੋਂ ਦੇਖਾਂਗੇ ਰਿਪੋਰਟ ਕੀ ਹੈ, ਪਰ ਅੱਜ ਦੀਆਂ ਅਖਬਾਰਾਂ 'ਚ ਲੱਗੀ ਜੀ। ਹੂੰ ਸੋ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਪੱਤਰਕਾਰਾਂ ਦੇ ਖਿਲਾਫ ਪਰਚੇ ਦਰਜ ਕਾਫੀ ਸਾਰੇ ਹੋਏ ਤੇ ਇਹ ਹੋਏ ਹੈ, ਇਸ ਲਈ ਜਿਹੜਾ ਉਹ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ। ਪਰ ਹੁਣ ਜਿਹੜੀ ਅਗਲੀ ਗੱਲ ਹੈ ਜੀ ਕਿ ਡਿਪਟੀ ਸਾਹਿਬ ਦੇ ਪੋਤੇ ਦੀ ਮੌਤ ਕਿਵੇਂ ਹੋਈ ਹੈ, ਇਹ ਗੋਲੀ ਲੱਗਣ ਨਾਲ ਹੋਈ ਹੈ ਜਾਂ ਇਹ ਇੱਕ ਹੁਣ ਇੱਕ ਮੁੱਦਾ ਬਣ ਗਿਆ। ਇਸ ਮੁੱਦੇ ਨੂੰ ਕੱਲ ਫੇਰ ਉਠਾਇਆ ਗਿਆ ਉਹਦੇ ਸ਼ਰਧਾਂਜਲੀ ਸਮਾਗਮ ਤੇ ਜੀ। ਪ੍ਰਿੰਕਾ ਗਾਂਧੀ ਪਹੁੰਚੀ ਉਹਦੇ ਸ਼ਰਧਾਂਜਲੀ ਸਮਾਗਮ ਦੇ ਉੱਤੇ। ਇਸ ਮਾਮਲੇ ਨੂੰ ਜਿਹੜਾ ਸ਼ਿੱਦਤ ਨਾਲ ਉਠਾਇਆ ਉਹ ਸੁਖਪਾਲ ਸਿੰਘ ਖਹਿਰਾ ਨੇ ਉਠਾਇਆ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਭਾਰਤ ਦੀ ਪਾਰਲੀਮੈਂਟ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਹੋਇਆ ਕਿ ਜੋ ਕੁਝ 26 ਜਨਵਰੀ ਨੂੰ ਘਟਨਾਵਾਂ ਵਾਪਰੀਆਂ, ਕਿਉਂਕਿ ਵੀ 26 ਜਨਵਰੀ ਦੀ ਗੱਲ, ਹਾਂਜੀ ਹਾਂਜੀ, ਉਹਨਾਂ ਸਾਰੀਆਂ ਦੀ ਉੱਚ ਪੱਧਰੀ ਜਾਂਚ ਹੋਵੇ ਕਿ ਉਹ ਕਿਵੇਂ ਹੁੰਦਾ। ਕੁਝ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਹ ਗੱਲ ਵੀ ਕੀਤੀ ਜੀ। ਜਿਹੜਾ ਕੱਲ ਸ਼ਰਧਾਂਜਲੀ ਸਮਾਗਮ ਹੋਇਆ ਉਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਕਈ ਸਾਰੇ ਲੋਕ ਪਹੁੰਚੇ ਜੀ। ਜੇ ਅਸੀਂ ਦੇਖੀਏ ਉਹਦੇ ਵਿੱਚ ਕੌਣ ਲੋਕ ਪਹੁੰਚਦੇ ਹੈ, ਉਹਦੇ ਵਿੱਚ ਜੀ ਕਿਸਾਨ ਆਗੂਆਂ ਦੇ ਵਿੱਚੋਂ ਜਗਜੀਤ ਸਿੰਘ ਡੱਲੇਵਾਲ, ਨਿਰਭੈ ਸਿੰਘ ਢੁੱਡੀ ਜੀ, ਸਤਨਾਮ ਸਿੰਘ ਸਾਹਨੀ, ਮਨਜੀਤ ਸਿੰਘ ਧਨੇਰ, ਗੁਰਨਾਮ ਸਿੰਘ ਚੜੂਨੀ, ਰਕੇਸ਼ ਟਕੈਤ ਦੇ ਪੁੱਤਰ ਗੌਰਵ ਟਕੈਤ ਜੀ, ਤੇ ਤਰਾਈ ਕਿਸਾਨ ਸੰਗਠਨ ਦੇ ਪ੍ਰਧਾਨ ਤੇਜਿੰਦਰ ਸਿੰਘ ਵਿਰਕ ਵਗੈਰਾ ਸ਼ਾਮਿਲ ਸੀ। ਇਹਨਾਂ ਆਗੂਆਂ ਨੇ ਜਿੱਥੇ ਸ਼ਰਧਾਂਜਲੀ ਭੇਟ ਕੀਤੀ ਹੈ ਉੱਥੇ ਮੌਤ ਦੇ ਕਾਰਨਾਂ ਦੀ ਜਾਂਚ ਦੀ ਵੀ ਮੰਗ ਕੀਤੀ ਜੀ। ਜਿਹੜੇ ਲੋਕ ਹੋਰ ਇੱਥੇ ਗਏ ਹੈ ਉਹਨਾਂ ਲੋਕਾਂ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਉਹਦੇ ਵਿੱਚ ਵੀ ਅਹਿਮ ਹੈ ਜੀ। ਜੇ ਅਸੀਂ ਦੇਖੀਏ ਤਾਂ ਆਪਣੇ ਡਿਪਟਵਾ ਸਾਹਿਬ ਨਾਲ ਜੀ, ਹਰਦੀਪ ਸਿੰਘ ਡਿਪਟਵਾ ਦੇ ਨਾਲ ਦੁੱਖ ਵੰਡਾਉਣ ਵਾਸਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਵਾਡਰਾ ਜੀ, ਉਹ ਵੀ ਉੱਥੇ ਪਹੁੰਚੀ ਹੈ ਤੇ ਉਹਨੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਪ੍ਰਗਟ ਕੀਤਾ ਹੈ। ਪ੍ਰਿੰਕਾ ਦੇ ਨਾਲ ਯੂਪੀ ਕਾਂਗਰਸ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਵੀ ਸੀ। ਹੋਰਾਂ ਲੋਕਾਂ ਦਾ ਵੀ ਪਤਾ ਲੱਗਿਆ, ਕਈ ਸਾਰੇ ਧਾਰਮਿਕ ਲੋਕ ਹੋਰ ਵੀ ਸੀ। ਦੱਸਦੇ ਹੈ ਕਿ ਕੁਝ ਪੰਥਕ ਸ਼ਖਸੀਅਤਾਂ ਵੀ ਗਈਆਂ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਥਕ ਸ਼ਖਸੀਅਤਾਂ ਕਿਹੜੀਆਂ ਗਈਆਂ, ਉਹਨਾਂ 'ਚ ਦੇਖਣ ਵਾਲੀ ਗੱਲ ਹੈ। ਡਿਪਟਵਾ ਸਾਹਿਬ ਬਹੁਤ ਲੰਬਾ ਸਮਾਂ ਜੀ, ਜਦੋਂ ਸਾਡੇ ਪੰਜਾਬ ਦੀ ਸਥਿਤੀ ਹੋਈ ਹੈ ਉਸ ਵੇਲੇ ਇਹ ਬੜੀਆਂ ਅਹਿਮ ਸ਼ਖਸੀਅਤਾਂ ਦੇ ਨਾਲ ਰਹੇ ਹੈ ਜੀ। ਇੱਕ ਧਾਰਮਿਕ ਸ਼ਖਸੀਅਤ ਦੇ ਨਾਲ ਵੀ ਰਹੇ ਹੈ, ਸਿੱਖ ਧਰਮ ਦੀ ਵੱਡੀ ਪਦਵੀ ਦੇ ਉੱਤੇ ਰਹੇ। ਲੇਕਿਨ ਮੈਂ ਥੋੜ੍ਹੇ ਜਿਹਾ ਗੁਰੇਜ਼ ਇਸ ਕਰਕੇ ਕਰਦਾ ਕਿ ਨਾਂ ਨਾ ਲਿਆ ਜਾਵੇ। ਲੇਕਿਨ ਜਿਹੜੀ ਉਹਨਾਂ ਨੇ ਕਿਤਾਬ ਲਿਖੀ ਹੈ ਉਹ ਬਹੁਤ ਖੁਲਾਸੇ ਕਰ ਰਹੀ ਹੈ। ਉਹ ਜਿਹੜੀ ਕਿਤਾਬ ਲਿਖੀ ਹੈ, ਕਿਤਾਬ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਲਿਖੀ ਹੈ। ਕਹਿਣ ਤੋਂ ਭਾਵ ਕਿ ਜਿਹੜੀ ਸਾਕਾ ਨੀਲਾ ਤਾਰਾ ਸੀਗਾ ਉਸ ਤੋਂ ਬਾਅਦ ਦੀ ਤਵਾਰੀਖ ਆ। ਉਹ ਸਾਕਾ ਨੀਲਾ ਤਾਰਾ ਤੋਂ ਬਾਅਦ ਦੀ ਤਵਾਰੀਖ ਹੈ ਜਿਹੜੀ 2006 ਦੇ ਵਿੱਚ ਇਹ ਕਿਤਾਬ ਲਿਖੀ ਜਾਂਦੀ ਜੀ। 84 ਦੇ ਵਿੱਚ ਸਾਕਾ ਨੀਲਾ ਤਾਰਾ ਹੁੰਦਾ, ਆਪਰੇਸ਼ਨ ਬਲੂ ਸਟਾਰ ਹੁੰਦਾ। ਜੇ ਆਪਾਂ 1984 ਤੋਂ ਲੈ ਕੇ 2006 ਤੱਕ ਦਾ ਸਮਾਂ ਦੇਖੀਏ ਤਾਂ ਕਿੰਨੇ ਸਾਲ ਹੈ ਜੀ? ਲਗਭਗ ਮੇਰੇ ਖਿਆਲ 22 ਸਾਲ ਬਣਦੇ ਹੈ ਕਿ ਜ਼ਿਆਦਾ ਬਣਦੇ? 22 ਬਣ ਗਏ ਜੀ। 22 ਸਾਲਾਂ ਦਾ ਸਫ਼ਰ ਬਣ ਜਾਂਦਾ। 22 ਸਾਲਾਂ ਦਾ ਸਫ਼ਰ ਹੈ। 22 ਸਾਲਾਂ ਦੇ ਵਿੱਚ ਸਿੱਖ ਪੰਥ ਦੇ ਵਿੱਚ ਕੀ ਕੁਝ ਹੋਇਆ, ਕਿਵੇਂ ਖੋਖਲਾ ਵੀ ਕੀਤਾ ਗਿਆ ਇਹਨੂੰ। ਹਾਂਜੀ, ਖੋਖਲਾ ਵੀ ਕੀਤਾ ਗਿਆ, ਮਤਲਬ ਜੜ੍ਹਾਂ 'ਚ ਤੇਲ ਦੇਣ ਦਾ ਯਤਨ ਕਿਵੇਂ ਕੀਤਾ ਗਿਆ, ਏਜੰਸੀਆਂ ਕਿਵੇਂ ਆਪਰੇਟ ਕਰਦੀਆਂ ਜੀ, ਕਿਹੜੇ ਲੋਕ ਜਿਨ੍ਹਾਂ ਨੂੰ ਵੱਡੀਆਂ ਕੁਰਸੀਆਂ ਦੇ ਉੱਤੇ ਵੱਡੀਆਂ ਪਦਵੀਆਂ ਦੇ ਉੱਤੇ ਬਿਠਾਇਆ, ਧਾਰਮਿਕ ਜ਼ਿੰਮੇਵਾਰੀਆਂ ਸੌਂਪੀਆਂ, ਉਹਨਾਂ ਨੇ ਕਿਵੇਂ ਦੌਲਤ ਕਮਾਈ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਅੰਕਿਤ ਹੈ। ਮੈਂ ਬਸ ਇੰਨਾ ਕੀ ਕਹੂੰਗਾ ਜੀ ਕਿ ਜਿਹੜੇ ਸਿੱਖ ਧਰਮ ਦੇ ਸ਼ੁਭ ਚਿੰਤਕ ਹੈ ਜੀ, ਸਿੱਖ ਭਾਈਚਾਰੇ ਦੇ ਜਿਹੜੇ ਲੋਕ ਹੈ, ਘੱਟੋ ਘੱਟ ਉਹਨਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਹਕੀਕਤ ਦਾ ਪਤਾ ਲੱਗ ਜੇ।
ਅੱਜ ਜੇ ਆਪਾਂ ਕੋਈ ਸੱਚਾਈ ਸਾਹਮਣੇ ਲੈ ਕੇ ਆਉਣੇ ਆ ਨਾ ਤੇ ਲੋਕ ਸਾਡੇ ਮਗਰ ਤੇ ਪਏ। ਸਾਡੇ ਮਗਰ ਪੈ ਜਾਂਦੇ ਆ ਕਿ ਜੀ ਇਹ ਤਾਂ ਬਹੁਤ ਵੱਡਾ ਦੇਸ਼ ਭਗਤ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਸੰਤਾਂ ਦੇ ਪਰਿਵਾਰ ਨਾਲ ਸੰਬੰਧਿਤ ਲੋਕਾਂ ਦੇ ਉੱਤੇ ਵੀ ਉਂਗਲਾਂ ਉੱਠਦੀਆਂ ਹੋਣ ਤੇ ਕਿਤਾਬਾਂ ਦੇ ਵਿੱਚ ਉਹਦਾ ਜ਼ਿਕਰ ਹੋਵੇ ਤੇ ਫਿਰ ਅਸੀਂ ਦੂਜੇ ਲੋਕਾਂ ਨੂੰ ਕਿਵੇਂ ਸਰਟੀਫਿਕੇਟ ਦੇ ਦਿਆਂਗੇ। ਖੈਰ ਸਾਡੀ ਨੁਕਤਾਚੀਨੀ ਕਰਨੀ ਹੈ ਉਹ ਕਰੀ ਜਾਣ, ਸਾਨੂੰ ਇਹਦੇ ਤੇ ਕੋਈ ਇਤਰਾਜ਼ ਨਹੀਂ, ਕੋਈ ਇਤਰਾਜ਼ ਨਹੀਂ। ਵੈਲਕਮ ਹੈ। ਜਿੰਨੀ ਸਾਡੀ ਤੁਸੀਂ ਨਿੰਦਾ ਕਰੋਗੇ ਜਿੰਨੀ ਹੈ ਸਾਡੇ ਲਈ ਉਹ ਤੁਹਾਡੀ ਇੱਕ ਕਿਸਮ ਦੀ ਅਸੀਸ ਹੈ। ਅਸੀਸ ਹੈ। ਅਸੀਂ ਉਹਨੂੰ ਅਸੀਸ ਸਮਝ ਕੇ ਪ੍ਰਵਾਨ ਕਰਦੇ। ਕੋਈ ਗੱਲ ਨਹੀਂ, ਤੁਸੀਂ ਕਰੀ ਚਲੋ, ਅਸੀਂ ਤੁਹਾਡੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ। ਪਰ ਹਕੀਕਤ ਜਾਣਨ ਦੇ ਲਈ ਡਿਬਡਵਾ ਸਾਹਿਬ ਦੀ ਕਿਤਾਬ ਪੜ੍ਹ ਲਓ। ਹੁਣ ਅਗਲਾ ਸਵਾਲ ਹੁੰਦਾ ਹੈ ਜੀ, ਆਪਰੇਸ਼ਨ ਬਲੂ ਸਟਾਰ ਕੀਤਾ ਕੀ ਨਹੀਂ ਸੀ? ਆਪਰੇਸ਼ਨ ਬਲੂ ਸਟਾਰ ਭਾਰਤ ਸਰਕਾਰ ਨੇ ਕੀਤਾ ਸੀ ਤੇ ਉਸ ਭਾਰਤ ਸਰਕਾਰ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਸੀ। ਲਾਲ ਕ੍ਰਿਸ਼ਨ ਅਡਵਾਨੀ ਭਾਰਤੀ ਜਨਤਾ ਪਾਰਟੀ ਦੇ ਬਾਨੀ ਪ੍ਰਧਾਨ ਉਹਨਾਂ ਨੇ ਕਿਤਾਬ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਜਰਕਦੀ ਸੀ ਆਪਰੇਸ਼ਨ ਬਲੂ ਸਟਾਰ ਕਰਨ ਤੋਂ, ਤੇ ਉਹ ਆਪਰੇਸ਼ਨ ਬਲੂ ਸਟਾਰ ਮੈਂ ਤੇ ਮੇਰੀ ਪਾਰਟੀ ਨੇ ਉੱਤੇ ਕਰਨ ਦੇ ਲਈ ਉੱਤੇ ਪ੍ਰੈਸ਼ਰ ਬਿਲਡ ਕਰਵਾਇਆ। ਹੁਣ ਵੱਡੇ ਸਵਾਲ ਇਹ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਸਾਹਿਬ ਦੀ ਪਾਰਟੀ ਦੀ ਹਕੂਮਤ ਹੈ, ਕਾਂਗਰਸ ਪਾਰਟੀ ਆਪੋਜੀਸ਼ਨ 'ਚ ਹੈ। ਅਡਵਾਨੀ ਸਾਹਿਬ ਦੀ ਪਾਰਟੀ ਦਾ ਕੋਈ ਬੰਦਾ ਜੇ ਉੱਥੇ ਨਹੀਂ ਗਿਆ ਤਾਂ ਸਾਨੂੰ ਇਹ ਕੋਈ ਅਤਕਥਨੀ ਜੀ ਗੱਲ ਨਹੀਂ ਲੱਗਦੀ, ਤੁਕੀ ਜੀ ਗੱਲ ਨਹੀਂ ਲੱਗਦੀ। ਕਿਉਂਕਿ ਜਿਨ੍ਹਾਂ ਦੀ ਰਾਜ ਭਾਗਾ ਜੀ ਦੇ ਖਿਲਾਫ ਅੰਦੋਲਨ ਕਰਨ ਗਿਆ ਸੀਗਾ ਨਵਰੀਤ, ਉਹ ਨਹੀਂ ਜਾਣਗੇ, ਉਹ ਡਿਬਡਵਾ ਸਾਹਿਬ ਦੇ ਨਾਲ ਕਿਉਂ ਜਾਣਗੇ? ਉੱਥੇ ਸ਼ਾਇਦ ਉਹਨਾਂ ਨੂੰ ਇਹ ਵੀ ਹੋਵੇ ਕਿ ਸਾਡੇ ਬਾਰੇ ਲੋਕ ਕੋਈ ਅਵਤਵਾ ਬੋਲਣਗੇ ਜੀ। ਉਹ ਹਾਲਾਤਾਂ ਤੋਂ ਡਰਦੇ ਉਹ ਨਹੀਂ ਗਏ। ਲੇਕਿਨ ਕਾਂਗਰਸ ਦੀ ਜਨਰਲ ਸਕੱਤਰ ਜਿਹੜੀ ਇੰਚਾਰਜ ਹੈ ਯੂਪੀ ਦੀ, ਉਹ ਜਾਂਦੀ ਹੈ। ਜਿਹਦੀ ਦਾਦੀ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਉਹ ਤਾਂ ਜਾਂਦੀ ਹੈ, ਲੇਕਿਨ ਕਰਵਾਉਣ ਵਾਲੇ ਨਹੀਂ ਜਾਂਦੇ। ਜਿਨ੍ਹਾਂ ਦੇ ਨਾਲ ਡਿਬਡਵਾ ਸਾਹਿਬ ਨੇ, ਸਰਦਾਰ ਹਰਦੀਪ ਸਿੰਘ ਡਿਬਡਵਾ ਸਾਹਿਬ ਨੇ ਜਿਨ੍ਹਾਂ ਦੇ ਨਾਲ ਔਖੇ ਵੇਲਿਆਂ ਦੇ ਵਿੱਚ ਸਾਥ ਦਿੱਤਾ ਹੈ, ਉਹਨਾਂ 'ਚ ਕੋਈ ਨਹੀਂ ਸਾਥ ਨਿਭਾਇਆ ਹੈ, ਉਹ ਕਿਉਂ ਨਹੀਂ ਗਏ? ਵੱਡਾ ਸਵਾਲ ਇਹ ਹੈ। ਤੇ ਮੇਰੇ ਖਿਆਲ ਮੁਤਾਬਕ ਇਹਦੇ ਨਾ ਜਾਣ ਦਾ ਕਾਰਨ ਇਹ ਹੈ ਕਿ ਇੰਨਾ ਸੱਚ ਵੀ ਨਾ ਬੋਲ ਕਿ ਇਕੱਲਾ ਹੀ ਰਹਿ ਜਾਏਗਾ। ਚਾਰ ਕੁ ਬੰਦੇ ਦਖਲਾ ਅਰਥੀ ਨੂੰ ਮੋਢਾ ਦੇਣ। ਉਹਨੇ ਮੇਰਾ ਖਿਆਲ ਹੈ ਵੀ ਉਹ ਇੰਨਾ ਸੱਚ ਬੋਲਦਾ ਕਿ ਉਹ ਸੱਚ ਹੁਣ ਹਜਮ ਨਹੀਂ ਹੋ ਰਿਹਾ। ਪਰ ਜਾਂ ਜਿਹੜੀ ਉਹ ਸੱਚਾਈ ਹੈ, ਉਹ ਸੱਚਾਈ ਜਦੋਂ ਸਾਹਮਣੇ ਆ ਜਾਂਦੀ ਹੈ ਸ਼ਾਇਦ ਅੱਖਾਂ ਦੇ ਵਿੱਚ ਅੱਖਾਂ ਨਾ ਪੈਂਦੀਆਂ। ਪਰ ਜਦੋਂ ਮੌਤ ਹੋਵੇ ਕਿਸੇ ਦੇ ਘਰ ਦੇ ਵਿੱਚ, ਕਹਿੰਦੇ ਹੁੰਦੇ ਆ ਜੇ ਦੁਸ਼ਮਣ ਮਰੇ ਨਾ ਤੇ ਦੁਸ਼ਮਣ ਦੇ ਵੀ ਜਾਣਾ ਚਾਹੀਦਾ। ਠੀਕ ਹੈ, ਇਸ ਕਰਕੇ ਡਿਬਡਵਾ ਸਾਹਿਬ ਦੇ ਨਾਲ ਸਾਡੀ ਹਮਦਰਦੀ ਹੈ। ਅਸੀਂ ਨਵਰੀਤ ਨੂੰ ਸ਼ਰਧਾਂਜਲੀ ਵੀ ਭੇਟ ਕਰਦੇ ਹਾਂ ਕਿਉਂਕਿ ਨਵਰੀਤ ਕਿਸਾਨ ਅੰਦੋਲਨ ਦਾ ਯੂਪੀ ਦੇ ਵਿੱਚੋਂ ਪਹਿਲਾ ਸ਼ਹੀਦ ਹੈ। ਯੂਪੀ ਦੇ ਵਿੱਚੋਂ ਪਹਿਲਾ ਸ਼ਹੀਦ ਹੈ ਤੇ 28-30 ਸਾਲ ਦਾ ਬੱਚਾ, ਨੌਜਵਾਨ ਮੁੰਡਾ ਜੇ ਸ਼ਹਾਦਤ ਦਾ ਜਾਮ ਪੀਤਾ ਹੈ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਪੁਰਖਿਆਂ ਦੀਆਂ ਰਗਾਂ ਦਾ ਖੂਨ, ਪੁਰਖਿਆਂ ਦਾ ਖੂਨ ਉਹਦੀਆਂ ਵੀ ਰਗਾਂ ਦੇ ਵਿੱਚ ਵਗਦਾ ਸੀ। ਕਿਉਂਕਿ ਅਸਲ ਦੇ ਵਿੱਚ ਪਤਾ ਇੱਥੋਂ ਲੱਗਦਾ ਹੈ ਕਿ ਜਿਹੜੇ ਪਿਤਾ ਪੁਰਖੀ ਇਤਿਹਾਸ ਕੀ ਹੈ, ਔਰ ਉਹ ਇਤਿਹਾਸ ਜਿਹੜਾ ਹੈਗਾ ਬੰਦੇ ਨੂੰ ਕਿੱਥੋਂ ਦੀ ਕਿੱਥੇ ਤੱਕ ਲੈ ਜਾਂਦਾ ਹੈ। ਜੇ ਬਾਪ ਨੇ ਸਿੱਖ ਪੰਥ ਦੀ ਸੇਵਾ ਕੀਤੀ ਹੈ ਦੋਨਾਂ ਰੂਪਾਂ ਦੇ ਵਿੱਚ, ਜੱਦੋ ਜਹਿਦ ਦੇ ਨਾਲ ਵੀ ਤੇ ਇਤਿਹਾਸ ਨੂੰ ਸੰਭਾਲਣ ਦੇ ਲਿਹਾਜ਼ ਨਾਲ ਵੀ, ਕਿਤਾਬਾਂ ਲਿਖ ਕੇ, ਤਾਂ ਨਵਰੀਤ ਵੀ ਆਪਣੇ ਦਾਦੇ ਦੀ ਜਿਹੜੀ ਹੈਗੀ ਹੈ ਪੈਰ ਦੇ ਵਿੱਚ ਪੈਰ ਰੱਖਦਾ ਹੋਇਆ ਸ਼ਹਾਦਤ ਦਾ ਜਾਮ ਪੀਤਾ। ਪਰ ਸਵਾਲ ਫੇਰ ਖੜਾ ਹੁੰਦਾ ਹੈ ਕਿ ਵੱਡੀਆਂ ਪੰਥਕ ਸ਼ਖਸੀਅਤਾਂ ਜਿਨ੍ਹਾਂ ਦਾ ਨਾਂ ਹੈ ਉਹ ਸ਼ਰਧਾਂਜਲੀ ਸਮਾਗਮ ਤੇ ਕਿਉਂ ਨਹੀਂ ਗਏ? ਤੇ ਜਿਸ ਕੁੜੀ ਦੀ ਦਾਦੀ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਸੀ ਉਹ ਗਈ ਹੈ। ਸੱਚਾਈ ਇਹ ਹੈ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦੀ ਤਬਾਹੀ ਦੀ ਤਵਾਰੀਖ, ਕਿਉਂਕਿ ਜਿਹੜੀ ਤਬਾਹੀ ਦੀ ਤਵਾਰੀਖ ਦਾ ਖੁਲਾਸਾ ਕੀਤਾ ਹੈ, ਸ਼ਾਇਦ ਉਹ ਤਵਾਰੀਖ ਜਿਹੜੀ ਹੈ ਉਹ ਤਵਾਰੀਖ ਟਿਕਣ ਨਹੀਂ ਦਿੰਦੀ, ਉਹ ਬੇਚੈਨ ਕਰਦੀ ਹੈ। ਚਲੋ ਸਭ ਉਹੀ ਗੱਲਾਂ ਸਾਹਮਣੇ ਆ ਰਹੀਆਂ ਨੇ ਨਾ। ਦੇਖੋ ਹੁਣ ਆਪਾਂ ਤਾਂ ਰੇਡੀਓ ਤੇ ਬੜੀ ਦੇਰ ਕਹੀ ਗਏ ਸੀ ਭਾਈ ਸੰਭਲਿਓ, ਜਿਨ੍ਹਾਂ ਨੇ 84 ਦਾ ਕਤਲੇਆਮ ਦੀ ਵੀ ਤਵਾਰੀਖ ਲਿਖੀ ਸੀ। ਦੇਖੋ ਇੱਕ ਚੀਜ਼ ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ ਹੈ ਕਿ RSS ਦੇ ਗੂੰਡਸ ਉਹਦੇ ਸੀਗੇ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਨਹੀਂ ਹੋਇਆ। ਬਿਲਕੁਲ, ਉਹ ਪਾਸੇ ਕੱਢ ਦਿੱਤੇ ਗਏ। ਉਹੀ ਗੁੰਡੇ, ਉਹੀ ਬਦਮਾਸ਼ ਟਿਕਰੀ ਗਾਜੀਪੁਰ ਚ ਆਉਂਦੇ। 26 ਜਨਵਰੀ ਨੂੰ ਸ਼੍ਰੀਮਾਨ ਜੀ, ਕੱਲ ਪ੍ਰੋਫੈਸਰ ਵਿਨਾਸ਼ ਸਿੰਘ ਦੀ ਸ਼ਾਇਦ ਤੁਸੀਂ ਗੱਲਬਾਤ ਨਹੀਂ ਸੁਣੀ, ਕਹਿੰਦੇ ਸ਼ੁਕਰ ਕਰੋ ਜੇ ਕਿਤੇ ਉੱਥੇ ਤਿਰੰਗਾ ਕਿਸੇ ਦੇ ਪੈਰਾਂ ਥੱਲੇ ਡਿੱਗ ਪੈਂਦਾ, ਸੱਚਮੁੱਚ ਹੀ ਡਿੱਗ ਪੈਂਦਾ। ਇਹ ਡਿੱਗਿਆ ਤਾਂ ਹੈ ਨਹੀਂ, ਉਹਦਾ ਕੋਈ ਅਪਮਾਨ ਨਹੀਂ ਹੋਇਆ। ਕਹਿੰਦੇ ਜੇ ਡਿੱਗ ਪੈਂਦਾ ਤਾਂ 84 ਤੋਂ ਵੱਧ ਵੱਡਾ ਕਤਲੇਆਮ ਹੋਣਾ ਸੀ। ਤਿਆਰੀ ਸੀ, ਸਕ੍ਰਿਪਟ ਲਿਖੀ ਜਾ ਚੁੱਕੀ ਸੀ ਫਿਲਮ ਦੀ, ਸਿਰਫ ਕਹਿੰਦੇ ਹੁੰਦੇ ਨਾ ਕੈਮਰਾ ਰੋਲ ਕਹਿਣਾ ਸੀ, ਸੈੱਟ ਲੱਗ ਚੁੱਕਿਆ ਸੀ। ਜੀ ਰੋਪੇ ਕੱਲ ਪ੍ਰੋਫੈਸਰ ਸਾਹਿਬ ਇਸ ਗੱਲ ਦੇ ਵਿੱਚ। ਹੁਣ ਚੀਜ਼ ਕੀ ਹੈ ਢਿੱਲੋਂ ਸਾਹਿਬ, ਜਿਹੜੇ ਥੋੜਾ ਜਿਹਾ ਇਹ ਵੀ ਦੱਸ ਦਿਓ ਕਿ ਪ੍ਰੋਫੈਸਰ ਅਵਿਨਾਸ਼ ਸਿੰਘ ਹੁਣੀ ਕੀ ਚੀਜ਼ ਕੀ ਹੈ, ਕੌਣ ਹੈ, ਕੀ ਕੁਛ ਹੈ? ਪਟਿਆਲੇ ਦੇ ਜੰਮਪਲ ਨੇ ਜੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੱਤਰਕਾਰਤਾ ਵਿਭਾਗ ਦੇ ਡੀਨ ਰਹੇ ਨੇ, ਮੁਖੀ ਹਿੰਦੁਸਤਾਨ ਟਾਈਮਸ ਦੇ ਪੋਲੀਟੀਕਲ ਕਰਸਪੋਂਡੈਂਟ ਰਹੇ ਨੇ ਜੀ, 3 ਯੂਨੀਵਰਸਿਟੀਆਂ ਦੇ ਪ੍ਰੋ ਵਾਈਸ ਚਾਂਸਲਰ ਰਹੇ ਨੇ ਜੀ, 4-5 ਚੈਨਲਾਂ ਦੇ ਮੁੱਖ ਸੰਪਾਦਕ ਵੀ ਰਹਿ ਚੁੱਕੇ ਹੈ ਜੀ ਜੀ। ਹੁਣ ਉਮਰ ਭਾਵੇਂ ਕੋਈ ਜ਼ਿਆਦਾ ਨਹੀਂ ਹੈ ਪਰ ਫਿਰ ਵੀ ਐਕਟਿਵ ਨੇ, ਪਕੜ ਬਹੁਤ ਹੈ। ਠੀਕ ਹੈ। ਮੈਂ ਥੋੜਾ ਮੋਟਾ ਫ੍ਰੀਲੈਂਸ ਕਰਦੇ ਨੇ ਕਿਉਂਕਿ ਨਹੀਂ ਉਨੇ ਇਹਨਾਂ ਤੋਂ ਕੰਮਕਾਜ ਨਹੀਂ ਸੰਭਾਲਿਆ ਜਾਂਦਾ। ਗਾਜ਼ੀਆਬਾਦ ਰਹਿੰਦੇ ਨੇ, ਗਾਜ਼ੀਪੁਰ ਬਾਰਡਰ ਤੋਂ ਉਹਨਾਂ ਦਾ ਜਿਹੜਾ ਆਪਣਾ ਸੰਘਰਸ਼ ਸਥਲ ਹੈ ਉਹਨਾਂ ਦੀ ਖਿੜਕੀ ਚੋਂ ਦਿਸਦਾ ਜੀ। ਅੱਛਾ, ਫਿਰ ਤਾਂ ਸਭ ਕੁਝ ਨੇੜਿਓਂ ਤੱਕਦੇ ਆ ਐਂਡ ਉਹ ਰੋ ਪੇ। ਇਹਦਾ ਮਤਲਬ ਹੈ ਫਿਰ ਦਿੱਲੀ ਦੇ ਵਿੱਚ ਜੋ 84 ਚ ਹੋਇਆ ਉਹਦੇ ਤੋਂ ਵੀ ਉਹ ਵਾਕਿਫ ਹੈ ਪੂਰੀ ਤਰ੍ਹਾਂ। ਮੈਂ ਕਹਿੰਦੀ ਇੱਕ ਚੀਜ਼ ਤੋਂ ਵਾਕਿਫ ਨੇ ਤੇ ਉਹਨਾਂ ਨੂੰ ਪਤਾ ਸੀ। ਤੇ ਲੋਕ ਕਹਿੰਦੇ ਸੀਗੇ ਇੱਥੇ ਜਦੋਂ ਕਈ ਸਾਨੂੰ ਕਹਿੰਦੇ ਵੀ ਐਂ ਕਿਵੇਂ ਹੋ ਜੂ, ਆਪਾਂ ਸੰਭਲਣ ਦੀ ਗੱਲ ਕਰਦੇ ਸੀ। ਇਹਦਾ ਮਤਲਬ ਜਿਹੜੇ ਲਾਲ ਕਿਲੇ ਵੱਲ ਨੂੰ ਭੇਜੇ ਗਏ ਆ ਨਾ, ਭਾਵੇਂ ਮੈਂ ਕਹਿੰਦਾ ਕਿ ਜਾਣ ਕੇ ਗਏ, ਅਣਜਾਣ ਪੁਣੇ ਚ ਗਏ, ਉਹਨਾਂ ਨੂੰ ਵਰਗਲਾ ਕੇ ਲੈ ਗਏ, ਮਿੱਟੀ ਪਾ ਦਿਓ, ਪਰ ਉੱਥੇ ਤੁਹਾਡੇ ਲਈ ਇੱਕ ਜਾਲ, ਇੱਕ ਟੋਕਰਾ, ਜਿਹੜਾ ਚਿੜੀ ਫੜਨ ਵਾਲਾ ਟੋਕਰਾ ਸੀ ਨਾ, ਉਹ ਲੱਗ ਚੁੱਕਿਆ ਸੀ। ਤੇ ਢਿੱਲੋਂ ਸਾਹਿਬ ਇਹ ਵੀ ਚਰਚਾਵਾਂ ਆ ਰਹੀਆਂ ਨੇ, ਕਹਿੰਦੇ ਇੰਨੀ ਕੁ ਭੀੜ ਇਕੱਠੀ ਸੀ, ਕਹਿੰਦੇ ਜੇ ਇਹ ਘਟਨਾ ਵਾਪਰ ਜਾਂਦੀ ਤਾਂ ਸ਼ਾਇਦ ਜਿਵੇਂ ਬਾਬਰੀ ਮਸਜਿਦ ਢਾਈ ਸੀ, ਇਸੇ ਬਹਾਨੇ ਨਾਲ ਨਾਲੇ ਰਾਇਟਸ ਹੋਣੇ ਸੀ, ਨਾਲੇ ਲਾਲ ਕਿਲਾ ਵੀ ਤਬਾਹ ਕਰਨਾ ਸੀ। ਕਿਉਂਕਿ ਤੁਹਾਨੂੰ ਪਤਾ ਲਾਲ ਕਿਲੇ ਦਾ ਜਿਹੜਾ ਹੈਗਾ, ਲਾਲ ਕਿਲਾ ਜਿਹੜਾ ਹੈਗਾ, ਕਿਉਂਕਿ ਉਹ ਮੁਗਲ ਸਲਤਨਤ ਦੀ ਪ੍ਰਤੀਕ ਹੈ ਨਾ, ਉਹ ਚੁਭਦਾ ਹੈ। ਜੀ। ਆਹ ਚੀਜ਼ ਹੈ, ਸਮਝ ਲੈਣ। ਠੀਕ ਹੈ। ਹੁਣ ਤਾਂ ਮੈਨੂੰ ਅੱਜ ਇੱਕ ਬੜੇ ਸੱਜਣ ਦਾ ਫੋਨ ਆਇਆ, ਕਹਿੰਦਾ ਜੀ ਕੱਚ-ਘੜ ਪੱਤਰਕਾਰ ਨਾਲ ਕੈਨੇਡਾ ਦੇ ਵਿੱਚ ਬੜਾ ਤਰੋੜ ਮਰੋੜ ਕੇ ਤੱਥ ਪੇਸ਼ ਕਰ ਰਿਹਾ। ਮੈਂ ਕਿਹਾ ਜਿਹੜੇ ਬੰਦਿਆਂ ਦਾ ਨਾਂ ਲੈਂਦੇ ਹੋ ਸਾਨੂੰ ਤਾਂ ਪਤਾ ਹੀ ਨਹੀਂ ਜੀ। ਇੱਕ ਹੋਰ ਹੈ ਜਿਹਦੇ ਆਪਾਂ ਹੁਣ ਸਿੱਧਾ ਹੀ ਕਹਿੰਦੇ ਨੇ, ਖਰੇ ਧੋਖੇਬਾਜ਼ੀ ਦੇ ਕਹਿੰਦੇ ਉੱਤੇ ਇਲਜ਼ਾਮਾਤ ਲੱਗੇ ਨੇ, ਠੱਗੀਆਂ ਠੋਰੀਆਂ ਦੇ, ਉਹ ਵੀ ਬੜਾ ਤੜਫ ਕੇ ਬੋਲ ਰਿਹਾ ਕਿਉਂਕਿ ਉਹਨੂੰ ਪਤਾ ਕਿ ਮੈਂ ਆਪਦੇ ਰਿਵਾਈਵਲ ਕਰਨਾ। ਸੋ ਇਹ ਚੀਜ਼ਾਂ ਨੇ, ਪਰ ਗੱਲ ਕੀ ਹੈ ਕਿ ਘੱਟੋ ਘੱਟ ਜੇ ਪੱਤਰਕਾਰਤਾ, ਜਾਂ ਤਾਂ ਤੁਸੀਂ ਆਲੂ ਛੋਲੇ ਵੇਚਦੇ ਹੋ, ਛੋਲੇ ਭਟੂਰੇ ਵੇਚਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਉਹ ਆਪਦਾ TRP ਲੈਂਦੇ ਹੋ, ਹੋਰ ਕਰਦੇ ਹੋ, ਕਮਾਈ ਕਰਦੇ ਹੋ। ਜੇ ਪੱਤਰਕਾਰਤਾ ਕਰਦੇ ਹੋ ਤਾਂ ਤੱਥਾਂ ਦੇ ਆਧਾਰਿਤ ਕਰੋ। ਜੀ। ਚਲੋ ਅੱਗੇ ਚੱਲਦੇ ਹਾਂ। ਢਿੱਲੋਂ ਸਾਹਿਬ, ਬੜੀ ਹੈਰਾਨੀ ਹੁੰਦੀ ਹੈ, ਖੇਤੀ ਮੰਤਰੀ ਤੋਮਰ ਦੀ ਬੌਖਲਾਹਟ ਬੜੀ ਤਕੜੀ ਨਜ਼ਰ ਆਈ, ਇੱਕ ਪਾਸੜ ਗੱਲ ਬੜੀ ਨਜ਼ਰ ਆਈ। ਤੋਮਰ ਸਾਹਿਬ ਕਹਿੰਦੇ ਆ एक ही स्टेट को इतराज है, देश को इतराज नहीं है। आपके भाषण च कहते हैं संसद दे विच एक ही स्टेट को इतराज है और उसको मिसगाइड किया गया है और किसी को नहीं, होर किसान नहीं कोई दींदा। ਜਿਹੜੀ मैं गल करके हटा कि भापजा के निशाने ते सिख ही ने, उन्होंने निशाने ते पंजाब ही है। तो जेकर संसद की गल करिए तो संसद दे विच ये भी बौखलाहट जिहड़ी है एक तरह नाल नज़र आई है। तो ये भी आपां कह दईए कि विरोधी धिरां नूं भी दबाउण दी कोशिश की गई है। तो विरोधी धिरां ने ਇਹ ਬਖਲਾਹਟ ਨਜ਼ਰ ਆਈ, ਪਰ ਕਿਸਾਨਾਂ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਦੇਖੋ ਗੱਲ ਇਹ ਕਿ ਵਿਰੋਧੀ ਧਿਰ ਬਹੁਤ ਕਮਜ਼ੋਰ ਹੈ। ਸਰਕਾਰ ਦੇ ਕੋਲੇ ਜਿਹੜੀ ਹੈ, ਭਾਰਤ ਸਰਕਾਰ ਕੋਲੇ ਜਾਂ ਭਾਰਤੀ ਜਨਤਾ ਪਾਰਟੀ ਕੋਲੇ ਵੈਸੇ ਹਮਾਇਤ ਤਾਂ ਕਾਫੀ ਹੈ MPs ਦੀ ਲੋਕ ਸਭਾ ਦੇ ਵਿੱਚ ਜੀ, ਪਰ ਨਰੋਲ ਭਾਰਤੀ ਜਨਤਾ ਪਾਰਟੀ ਦੇ ਕੋਲੇ 303 ਸੀਟਾਂ ਹੈ ਜੀ। ਪੂਰਾ ਸਪਸ਼ਟ ਬਹੁਮਤ, ਉਹਨਾਂ ਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ, ਉਹ ਆਪਣੀ ਸਰਕਾਰ ਨੂੰ ਚਲਾ ਸਕਦੀ ਹੈ। ਜਦੋਂ ਅਸੀਂ ਵਿਰੋਧੀ ਧਿਰ ਦੀ ਗੱਲ ਕਰਦੇ ਹਾਂ, ਇਸ ਵੇਲੇ ਅਧਿਕਾਰਤ ਤੌਰ 'ਤੇ ਸਾਡੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦਾ ਰੁਤਬਾ ਕਿਸੇ ਵੀ ਪੋਲੀਟੀਕਲ ਪਾਰਟੀ ਕੋਲੇ ਨਹੀਂ ਜੀ, ਕਿਉਂਕਿ 10ਵਾਂ ਹਿੱਸਾ ਚਾਹੀਦੇ ਹੁੰਦੇ। ਕਾਂਗਰਸ ਪਾਰਟੀ ਜਿਹੜੀ ਸਭ ਤੋਂ ਵੱਡੀ ਪਾਰਟੀ ਹੈ, ਉਹਦੇ ਕੋਲੇ 10ਵੇਂ ਹਿੱਸੇ ਦੇ ਪਾਰਲੀਮੈਂਟ ਦੇ ਮੈਂਬਰ ਵੀ ਨਹੀਂ ਜੀ, ਇਸ ਲਈ ਉਹਨਾਂ ਦੇ ਕੋਲੇ ਵਿਰੋਧੀ ਧਿਰ ਦੇ ਆਗੂ ਦਾ ਰੁਤਬਾ ਨਹੀਂ ਹੈ। ਅਗਲਾ, ਪਰ ਇਹਦੇ ਬਾਵਜੂਦ ਅਸੀਂ ਕਹੀਏ ਕਿ ਜਿਹੜੇ ਵੱਖ-ਵੱਖ ਵਿਰੋਧੀ ਧਿਰਾਂ ਦੇ ਨਾਲ ਸੰਬੰਧਿਤ ਲੋਕ ਹੈ ਜੀ, ਪਹਿਲੀ ਵਾਰੀ ਅਸੀਂ ਇਹ ਕਹਾਂਗੇ ਜਿੱਦੇ ਦੀ ਇਹ ਪਾਰਲੀਮੈਂਟ ਬਣੀ ਹੈ 2019 ਤੋਂ ਲੈ ਕੇ ਜੀ, ਇਸ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰੀ ਤਾਂ ਉਦੋਂ ਵਿਰੋਧੀ ਧਿਰ ਨੇ ਇੱਕ ਮੁੱਠਤਾ ਦਾ ਪ੍ਰਗਟਾਵਾ ਕੀਤਾ ਸੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਅੱਧੀ ਰਾਤ ਨੂੰ ਦੇਸ਼ ਦੇ ਵਿੱਚ ਨੋਟਬੰਦੀ ਕਰਤੀ ਸੀ। ਕਈ ਦਿਨ ਪਾਰਲੀਮੈਂਟ ਜਾਮ ਰਹੀ ਸੀ ਤੇ ਡਾਕਟਰ ਮਨਮੋਹਨ ਸਿੰਘ ਦੀ ਇਨੀਸ਼ੀਏਟਿਵ ਦੇ ਨਾਲ ਉਹ ਪਾਰਲੀਮੈਂਟ ਚਾਲੂ ਹੋਈ ਸੀ ਜੀ। ਉਦੋਂ ਡਾਕਟਰ ਮਨਮੋਹਨ ਸਿੰਘ ਨੇ ਇੱਕ ਗੱਲ ਕਹੀ ਸੀ ਤੇ ਬੜੀ ਪਤੇ ਦੀ ਗੱਲ ਕਹੀ ਸੀ, ਜਿਹਨੂੰ ਕੱਲ ਵੀ ਦੁਹਰਾਇਆ। ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਬੜੇ ਜਥੇਬੰਦਕ ਢੰਗ ਦੇ ਨਾਲ ਜੀ ਕਾਲੇ ਧਨ ਨੂੰ ਜਿਹੜਾ ਹੈਗਾ ਸੋਧਣ ਦਾ ਜੀ ਇੱਕ ਯਤਨ ਸੀ, ਜਿਹੜੀ ਆਪਣੀ ਇਹ ਹੈਗੀ ਹੈ ਤੁਹਾਡੀ ਨੋਟਬੰਦੀ।
ਜਥੇਬੰਦਕ ਤਰੀਕੇ ਦੇ ਨਾਲ ਮਤਲਬ ਇਹ ਸਾਰਾ ਕੁਝ ਕੀਤਾ ਗਿਆ ਸੀ, ਕੁਝ ਲੋਕਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ, ਭਾਵ ਅਰਥ ਉਹਦਾ ਇਹ ਨਿਕਲ ਰਿਹਾ। ਇਹ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕਿਹਾ ਸੀ। ਤੇ ਉਹ ਤੋਂ ਬਾਅਦ ਬੜੇ ਕਾਨੂੰਨ ਵੀ ਆਏ ਹੈ ਜੀ। ਪਿਛਲੇ ਸੈਸ਼ਨ ਦੇ ਵਿੱਚ 3 ਕਾਲੇ ਕਾਨੂੰਨਾਂ ਨੂੰ ਪਾਸ ਕੀਤਾ ਗਿਆ ਸੀ। ਲੋਕ ਸਭਾ ਦੇ ਵਿੱਚ ਤਾਂ ਕੋਈ ਡਿੱਕਾ ਹੀ ਨਹੀਂ ਸੀ ਜੀ। ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਹਾਲਾਂਕਿ ਤਕੜੀ ਸੀ ਜੀ। ਰੂਲਿੰਗ ਪਾਰਟੀ ਦੇ ਨਾਲੋਂ ਵੀ ਕੁਝ ਲੋਕ ਟੁੱਟ ਗਏ ਸੀ। ਜਿਵੇਂ ਆਪਾਂ ਦੇਖੀਏ ਤੁਹਾਡੀ ਸ਼ਿਵ ਸੈਨਾ ਟੁੱਟ ਗਈ ਸੀ ਜੀ। ਅਕਾਲੀ ਦਲ ਟੁੱਟ ਗਿਆ ਸੀ। ਜੇ ਠੀਕ ਤਰੀਕੇ ਨਾਲ ਵਿਰੋਧੀ ਧਿਰ ਉੱਥੇ ਵੋਟਿੰਗ ਕਰਵਾਉਂਦੀ, ਉਹ ਪ੍ਰੈਸ਼ਰ ਬਿਲਡ ਕਰਦੀ, ਠੀਕ ਤਰੀਕੇ ਦੇ ਨਾਲ ਆਪਦਾ ਮਤਲਬ ਜਿਹੜੀ ਆਪਣਾ ਪੱਖ ਰੱਖਦੀ, ਔਰ ਜਿਹੜੇ ਡਿਪਟੀ ਚੇਅਰਮੈਨ ਸੀ ਜਾਂ ਚੇਅਰ ਦੀ ਕੁਰਸੀ ਤੇ ਜਿਹੜੇ ਬੈਠੇ ਸੀ ਉਹ ਆਪਣੀ ਜ਼ਮੀਰ ਦੇ ਨਾਲ ਜ਼ਿਆਦਤੀ ਨਾ ਕਰਦੇ, ਪਾਰਲੀਮੈਂਟਰੀ ਕਦਰਾਂ ਕੀਮਤਾਂ ਨੂੰ ਮਿੱਟੀ 'ਚ ਨਾ ਰੋਲਦੇ, ਤਾਂ ਇਹ ਬਿੱਲ ਪਾਸ ਨਹੀਂ ਸੀ ਹੋਣੀ ਜੀ। ਪਰ ਹੁਣ ਜਿਹੜਾ ਤੁਸੀਂ ਦੇਖਿਆ ਕਿ ਕਿਸਾਨ ਅੰਦੋਲਨ ਨੇ ਵਿਰੋਧੀ ਧਿਰ ਨੂੰ ਇੰਨਾ ਕੁ ਬਲ ਬਖਸ਼ਦਾ ਜੀ ਕਿ ਕੱਲ ਵਿਰੋਧੀ ਧਿਰ ਨੇ ਬਹੁਤ ਇਕੱਠਿਆਂ ਹੋ ਕੇ ਸਰਕਾਰ ਨੂੰ ਘੇਰੇ 'ਚ ਲਿਆ। ਜਿਹੜੀਆਂ ਗੱਲਾਂ ਵਿਰੋਧੀ ਧਿਰ ਨੇ ਉਠਾਈਆਂ ਜੀ ਉਹ ਬੜੀਆਂ ਕੰਮ ਦੀਆਂ ਗੱਲਾਂ। ਵਿਰੋਧੀ ਧਿਰ ਨੇ ਕਿਹਾ ਕਿ ਹਰ ਜਿਹੜੀ ਹੈ ਵਿਰੋਧੀ ਸੁਰ ਨੂੰ ਜੀ ਦੇਸ਼ ਵਿਰੋਧੀ ਰੰਗਤ ਦੇਣ ਦਾ ਯਤਨ ਕੀਤਾ ਜਾਂਦਾ ਹੈ ਜੀ। ਤੁਸੀਂ ਤੋਮਰ ਸਾਹਿਬ ਦੀ ਗੱਲ ਕਰਦੇ ਸੀ, ਕਿੱਡੇ ਤਰੀਕੇ ਦੇ ਨਾਲ ਕਿਹਾ ਗਿਆ ਜੀ ਕਿ ਇਹ ਇੱਕ ਸਟੇਟ ਦਾ ਰੌਲਾ ਹੈ, ਇੱਕ ਸਟੇਟ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਨਾਂ ਨਹੀਂ ਲਿਆ ਕਿਸੇ ਦਾ। ਸਟੇਟ ਕਿਹੜੀ ਹੈ? ਪੰਜਾਬ। ਪੰਜਾਬ ਦੇ ਵਿੱਚ ਬਹੁ ਗਿਣਤੀ ਪੰਜਾਬੀ, ਜ਼ਿਆਦਾ ਪੰਜਾਬ ਦੇ ਸਾਰੇ ਪੰਜਾਬੀ ਹੈ ਜੀ, ਪਰ ਪੰਜਾਬੀਆਂ ਚੋਂ ਬਹੁ ਗਿਣਤੀ ਕਿਹਦੀ? ਸਿੱਖਾਂ ਦੀ। ਸਿੱਖਾਂ ਦਾ ਨਾਂ ਲਏ ਤੋਂ ਬਗੈਰ, ਪੰਜਾਬ ਦਾ ਨਾਂ ਲਏ ਤੋਂ ਬਗੈਰ ਬਾਕੀ ਦੇਸ਼ ਨੂੰ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਕਿ ਇਹ ਵਿਗੜੇ ਹੋਏ ਲੋਕ ਹੈ, ਇਹੀ ਇਸ ਕਾਨੂੰਨ ਦਾ ਵਿਰੋਧ ਕਰਦੇ ਆ, ਬਾਕੀ ਸਾਰੇ ਇਹਦੇ ਹੱਕ ਵਿੱਚ ਹੈ ਤੇ ਇਹ ਕਾਨੂੰਨ ਬਹੁਤ ਵਧੀਆ ਜੀ। ਇਹਦੇ ਨਾਲ ਵੀ ਉਹ ਆਪਣਾ ਇੱਕ ਮਕਸਦ ਹੱਲ ਕਰਨਾ ਚਾਹੁੰਦੇ ਆ। ਲੇਕਿਨ ਤੋਮਰ ਸਾਹਿਬ ਨੂੰ ਪੁੱਛਣਾ ਹੋਵੇ ਕਿ ਗਾਜ਼ੀਪੁਰ ਦੇ ਬਾਰਡਰ ਦੀ ਜਿਹੜੀ ਤੁਸੀਂ ਘੇਰਾਬੰਦੀ ਕੀਤੀ ਹੋਈ ਹੈ ਜੀ, ਜਿਹੜੇ ਲੋਕ ਉੱਥੇ ਬੈਠੇ ਹੈ, ਕੀ ਉਹ ਵੀ ਪੰਜਾਬ ਚੋਂ ਚਲੇ ਗਏ? ਦੱਸੋ। ਕੀ ਰਕੇਸ਼ ਸਿੰਘ ਟਕੈਤ ਇਹ ਮਹਿੰਦਰ ਸਿੰਘ ਟਕੈਤ ਦਾ ਬੇਟਾ ਨਹੀਂ? ਕੀ ਰਕੇਸ਼ ਸਿੰਘ ਟਕੈਤ ਯੂਪੀ ਦਾ ਲੀਡਰ ਨਹੀਂ? ਕੀ ਯੂਪੀ ਦੇ ਪਿੰਡਾਂ ਚੋਂ, ਯੂਪੀ ਦੇ ਸ਼ਹਿਰਾਂ ਦੇ ਵਿੱਚੋਂ ਲੋਕ ਕਾਫਲੇ ਬਣ ਕੇ ਨਹੀਂ ਆ ਰਹੇ ਜੀ ਜੀ? ਕੀ ਹਰਿਆਣੇ ਦੇ ਵਿੱਚ ਥਾਂ ਥਾਂ ਦੇ ਉੱਤੇ ਖਾਪ ਪੰਚਾਇਤਾਂ ਹੋ ਰਹੀਆਂ, ਯੂਪੀ 'ਚ ਖਾਪ ਪੰਚਾਇਤਾਂ ਹੋ ਰਹੀਆਂ, ਮਹਾ ਪੰਚਾਇਤਾਂ ਰਾਜਸਥਾਨ ਦੇ ਵਿੱਚ ਜੁੜ ਰਹੀਆਂ? ਉਹ ਲੋਕ ਕੌਣ ਹੈ, ਕਿੱਥੋਂ ਦੇ ਹੈ ਜੀ? ਮਹਾਰਾਸ਼ਟਰ ਦੇ ਵਿੱਚ ਮੁਜ਼ਾਹਰੇ ਹੋ ਰਹੇ ਹੈ ਜੀ, ਬਿਹਾਰ ਦੇ ਵਿੱਚ ਹਰਕਤ ਸ਼ੁਰੂ ਹੋ ਗਈ ਹੈ, ਦੱਖਣੀ ਭਾਰਤ ਦੇ ਵਿੱਚ ਕਰਨਾਟਕਾ ਦੇ ਵਿੱਚ ਕਿੱਡੀਆਂ ਕਿੱਡੀਆਂ ਰੈਲੀਆਂ ਹੋ ਗਈਆਂ ਜੀ। ਇਹਨਾਂ ਨੂੰ ਕੀ ਕਹੋਗੇ ਤੁਸੀਂ? ਇਹ ਇੱਕੋ ਸਟੇਟ ਦੀ ਗੱਲ ਹੈ। ਪੰਜਾਬ ਦੀਆਂ ਸੀਟਾਂ ਤਾਂ ਸਿਰਫ 13 ਹੈ ਜੀ। ਪੰਜਾਬ ਤਾਂ ਛੋਟਾ ਜਿਹਾ ਰਾਜ ਹੈ, ਛੋਟਾ ਜਿਹਾ ਰਾਜ ਹੈ, ਸਰਹੱਦੀ ਰਾਜ ਹੈ, ਬੜੀਆਂ ਥੋੜੀਆਂ ਮਾਰਾਂ ਦਾ ਸ਼ਿਕਾਰ ਹੋਇਆ ਵਾ, ਭਾਰਤੀ ਹੁਕੂਮਤ ਦੀਆਂ ਮਾਰਾਂ ਦਾ ਸ਼ਿਕਾਰ ਹੋਇਆ ਵਾ ਜੀ। ਤੇ ਪਰ ਤੁਸੀਂ ਹਰ ਇੱਕ ਬੰਦੇ ਨੂੰ ਇਹ ਬਣਾ ਕੇ ਪੇਸ਼ ਕਰਦੇ ਹੋ ਕਿ ਜੀ ਇਹ ਤਾਂ ਜਿਹੜੇ ਹੈਗੇ ਹੈ ਇੱਕ ਵੱਖਰੀ ਕਿਸਮ ਦੇ ਲੋਕ ਹੈ, ਵਿਰੋਧੀ ਹੈ ਜੀ। ਉਹਨਾਂ ਨੂੰ ਮਤਲਬ ਦੇਸ਼ ਵਿਰੋਧੀ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਇਹ ਇੱਕ ਉਹਦੀ ਉੱਭਰਵੀਂ ਮਿਸਾਲ ਜਿਹੜੀ ਕੱਲ ਪਾਰਲੀਮੈਂਟ ਦੇ ਮੈਂਬਰਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜੀ ਦੇਸ਼ ਦੇ ਲੋਕਾਂ ਨੂੰ ਦੱਸੀ ਹੈ ਕਿ ਆਹ ਦੇਖੋ ਸਾਨੂੰ ਬਦਨਾਮ ਕਰਨ ਵਾਸਤੇ ਕੀ ਕੀਤਾ ਜਾਂਦਾ, ਕਿ ਹਰ ਵਿਰੋਧੀ ਧਿਰ ਨੂੰ ਇਹ ਕਹਿੰਦੇ ਜੀ। ਅਗਲੀ ਜਿਹੜੀ ਗੱਲ ਕੀਤੀ ਹੈ, ਉਹਨਾਂ ਨੇ ਅਹਿਸਾਸ ਕਰਾਇਆ ਹੈ ਸਰਕਾਰ ਨੂੰ ਕਿ 303 ਸੀਟਾਂ ਜਿਹੜੀਆਂ ਤੁਹਾਨੂੰ ਮਿਲੀਆਂ ਨਾ ਜੀ, ਇਹ ਤੁਹਾਨੂੰ ਜਿਹੜੀਆਂ ਹੈਗੀਆਂ ਕੋਲਡ ਸਟੋਰਾਂ ਦੀਆਂ ਚੇਨਾਂ ਨੇ ਨਹੀਂ ਦਿੱਤੀਆਂ, ਇਹ ਲੋਕਾਂ ਨੇ ਦਿੱਤੀਆਂ ਜੀ। ਕੋਲਡ ਸਟੋਰ ਕਿੰਨਾ ਦੇ ਹੈ? ਸਾਈਲੋ ਪਲਾਂਟ ਕਿੰਨਾ ਦੇ ਹੈ? ਵੱਡਿਆਂ ਦੇ ਹੀ ਹੈ। ਕਿੰਨਾ ਦੀਆਂ ਫੈਸਿਲਿਟੀਜ਼ ਦਿੱਤੀਆਂ ਗਈਆਂ? ਉਹਨਾਂ ਦੀਆਂ ਵੋਟਾਂ ਕਿੰਨੀਆਂ ਕਹੇ? ਇਹ ਵੋਟਾਂ ਜਿਹੜੀਆਂ ਤੁਹਾਨੂੰ ਪਾਈਆਂ, ਇਹ ਆਮ ਲੋਕਾਂ ਨੇ ਪਾਈਆਂ, ਕਿਸਾਨਾਂ ਨੇ ਪਾਈਆਂ ਜੀ। ਔਰ ਟਕੈਤ ਸਾਹਿਬ ਤਾਂ ਇਹ ਗੱਲ ਕਹਿ ਚੁੱਕੇ ਕਿ ਪਿਛਲੀ ਵਾਰੀ ਮੈਂ ਵੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈ ਸੀ, ਇਸ ਮੁੱਦੇ ਦੇ ਉੱਤੇ ਵੀ ਵਿਰੋਧੀ ਧਿਰ ਨੇ ਚੰਗੀ ਤਰ੍ਹਾਂ ਘੇਰਿਆ ਜੀ। ਤੀਜੀ ਗੱਲ ਉਹਨਾਂ ਨੇ ਕਿਹਾ ਕਿ ਨੋਟਬੰਦੀ ਤੋਂ ਲੈ ਕੇ CA ਜਿਹੜਾ ਹੈਗਾ ਨਾਗਰਿਕਤਾ ਬਿੱਲ ਤੱਕ ਜੀ, ਇਹ ਸਰਕਾਰ ਦੀਆਂ ਬੱਜਰ ਗਲਤੀਆਂ ਸੀ, ਛੋਟੀ ਗੱਲ ਨਹੀਂ। ਤੇ ਦੂਜੀ ਜਿਹੜੀ ਉਹ ਤੋਂ ਅਗਲੀ ਗੱਲ ਉਹਨਾਂ ਨੇ ਕਹੀ ਕਿ ਜਮਹੂਰੀਅਤ 'ਚ ਖਰੈਤ ਵਾਲੀ ਭਾਸ਼ਾ ਲਈ ਕੋਈ ਥਾਂ ਨਹੀਂ ਜੀ। ਲੋਕਾਂ ਦੇ ਉੱਤੇ ਤੁਸੀਂ ਕੋਈ ਅਹਿਸਾਨ ਨਹੀਂ ਕਰਦੇ। ਲੋਕਾਂ ਨੇ ਇੱਕ ਕੰਟਰੈਕਟ ਕੀਤਾ ਹੋਇਆ, ਤੁਹਾਨੂੰ 5 ਸਾਲਾਂ ਲਈ ਤੁਹਾਡੇ ਨਾਲ ਕੰਟਰੈਕਟ ਕੀਤਾ ਕਿ ਤੁਸੀਂ ਸਾਡੇ ਹਿੱਤਾਂ ਦੀ ਰਾਖੀ ਕਰੋ, ਅਸੀਂ ਤੁਹਾਨੂੰ ਵੋਟਾਂ ਦਿੰਦੇ ਹਾਂ, ਅਸੀਂ ਤੁਹਾਨੂੰ ਟੈਕਸ ਦਿੰਦੇ ਹਾਂ, ਤੁਸੀਂ ਸਾਡੀ ਡਿਵੈਲਪਮੈਂਟ ਦੀ ਗੱਲ ਕਰੋ ਜੀ। ਇਹਨੂੰ ਤੁਸੀਂ ਖੈਰ ਕਿਵੇਂ ਕਹੋਗੇ? ਜਿਹੜਾ ਲੋਕਾਂ ਨੇ ਦਿੱਤਾ ਹੋਇਆ ਟੈਕਸ ਹੈ, ਜੇ ਤੁਸੀਂ ਥੋੜਾ ਬਹੁਤਾ ਉਹਦੇ 'ਚ ਕੋਈ ਉਹਨੂੰ ਖਰਚ ਕਰ ਦਿੰਦੇ ਹੋ ਤਾਂ ਇਹਨੂੰ ਤਾਂ ਨਹੀਂ ਅਸੀਂ ਇਹ ਗੱਲ ਕਹਿ ਸਕਦੇ ਕੋਈ ਖੈਰਾਤ ਵਾਲੀ ਗੱਲ ਹੈ। ਫਿਰ ਜਿਹੜੀ ਸਭ ਤੋਂ ਵੱਡੀ ਗੱਲ ਦਾਨੇਵਾਲੀਆ ਸਾਹਿਬ ਪਹਿਲਾਂ ਹੀ ਆਪਾਂ ਕਰ ਚੁੱਕੇ ਹਾਂ, ਉਹ ਕਹਿੰਦੇ 26 ਜਨਵਰੀ ਜੀ, 26 ਜਨਵਰੀ ਦਾ ਜਿਹੜਾ ਘਟਨਾਕ੍ਰਮ ਹੈ, 26 ਜਨਵਰੀ ਦੀਆਂ ਜਿਹੜੀਆਂ ਘਟਨਾਵਾਂ ਹੈ, ਉਹਦੇ ਪਿੱਛੇ ਕਿਸਾਨਾਂ ਦਾ ਕੋਈ ਦੋਸ਼ ਨਹੀਂ ਜੀ। ਇਹ ਕਹਿੰਦੇ ਦੇਸ਼ ਵਿਰੋਧੀ ਅਨਸਰਾਂ ਦਾ ਹੱਥ ਹੈ ਜੀ। ਇਹ ਕਹਿੰਦੇ ਕੌਣ ਹੈ ਜੀ? ਇਹ ਮਿਸਟਰ HD ਦੇਵਗੌੜਾ ਕਹਿੰਦੇ, ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਹੈ, ਰਾਜ ਸਭਾ ਦੇ ਮੈਂਬਰ। ਹੁਣ ਅਗਲੀ ਗੱਲ ਇਹ ਹੈ ਕਿ
ਇਹ ਜਿਹੜੇ ਦੇਸ਼ ਵਿਰੋਧੀ ਅਨਸਰ ਆ ਉਹ ਕੌਣ ਹੈ? ਤੁਸੀਂ ਗੱਲ ਕਰਕੇ ਹੀ ਹਟਿਓ ਕਿ ਜੇ ਐਡਾ ਵੱਡਾ ਕਤਲੇਆਮ ਕਰਨ ਦੀ ਇੱਕ ਪਲਾਨਿੰਗ ਸੀ ਜੀ, ਜੇ ਪ੍ਰੋਫੈਸਰ ਅਵਿਨਾਸ਼ ਸਿੰਘ ਹੋਰੀ ਇਹ ਗੱਲ ਨੂੰ ਕਹਿ ਕੇ ਗਏ ਹੈ, ਉਹਨਾਂ ਨੇ ਤੱਥਾਂ ਦੇ ਨਾਲ ਇਹ ਗੱਲ ਦੱਸੀ ਵੀ ਹੈ, ਤਾਂ ਇਹ ਗੱਲ ਆਪੋਜੀਸ਼ਨ ਵਾਲਿਆਂ ਕੋਲ ਕਿਉਂ ਨਹੀਂ ਹੋਊਗੀ? ਜਿਸ ਬੰਦੇ ਨੇ ਦੇਸ਼ ਨੂੰ ਚਲਾਇਆ ਹੋਵੇ, ਦੇਸ਼ ਦਾ ਪ੍ਰਾਈਮ ਮਿਨਿਸਟਰ ਰਿਹਾ ਹੋਵੇ, ਉਹਦੇ ਕੋਲੇ ਕਿਉਂ ਨਹੀਂ ਹੋਈ? ਸੋ ਜਿਹੜੇ ਬੰਦੇ ਫਿਰਕੂ ਦੰਗੇ ਕਰਵਾਉਣ ਵਾਲੇ ਤਾਂ ਅਸੀਂ ਉਹਨਾਂ ਨੂੰ ਦੇਸ਼ ਵਿਰੋਧੀ ਕਹਾਂਗੇ। ਨਾਲੇ ਮਾਸਟਰ ਉਹਨਾਂ ਨੇ ਤਾਂ ਜੀ PhD ਕੀਤੀ ਹੈ ਇਸ ਕੰਮ 'ਚ, ਫਿਰਕੂ ਦੰਗਿਆਂ 'ਚ। ਜਿਹਨੇ ਇਸ ਗੱਲ ਦੇ ਉੱਤੇ ਕਮਿਊਨਲ ਰਾਈਟਸ ਦੇ ਉੱਤੇ PhD ਕੀਤੀ ਹੋਈ ਹੈ, ਉਹਦੇ ਨਾਲ ਤਾਂ ਫਿਰ ਸਿਆਣਾ ਕੋਈ ਹੋਰ ਕੋਈ ਨਹੀਂ ਹੋ ਸਕਦਾ। ਕਿਵੇਂ ਕਰਾਉਣੇ ਆ, ਕਿਸ ਤਰ੍ਹਾਂ ਕਰਾਉਣੇ ਆ, ਕਿਵੇਂ ਭੂਮਿਕਾ ਬਣਨੀ ਹੈ, ਕਿਵੇਂ ਤਿਆਰੀਆਂ ਕਰਨੀਆਂ। ਉਹ ਤਾਂ ਬਹੁਤ ਸਮਾਂ ਪਹਿਲਾਂ 1995 ਦੇ ਵਿੱਚ ਮੈਂ ਇੱਕ ਮੇਰੇ ਹੱਥ ਦਸਤਾਵੇਜ਼ ਲੱਗ ਗਿਆ ਸੀ, RSS ਦਾ ਜਿਹੜਾ ਹੈਗਾ ਸੀਕ੍ਰੇਟ ਡਾਕੂਮੈਂਟ ਜੀ, ਉਹਨੂੰ ਮੈਂ ਪ੍ਰਕਾਸ਼ਿਤ ਕੀਤਾ ਸੀ। ਮੈਂ ਆਪਦੇ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਕੀਤਾ ਸੀ। ਉਸੇ ਅਖਬਾਰ ਨੂੰ ਜੀ ਮੇਰੀ ਉਸੇ ਜਿਹੜੀ ਮੇਰੇ ਕੋਲ ਡਾਕੂਮੈਂਟਸ ਲੱਗਿਆ ਸੀ, ਜਿਹੜਾ ਮੈਂ ਪ੍ਰਕਾਸ਼ਿਤ ਕੀਤਾ ਸੀ, ਇੱਕ ਸਪੈਸ਼ਲ ਰਿਪੋਰਟ ਲਿਖੀ ਸੀ। ਉਸ ਰਿਪੋਰਟ ਨੂੰ ਇੱਕ ਭਗੌੜੇ ਨੇ, ਜਿਹੜਾ ਆਪਣੇ ਖਿਲਾਫ, ਜਿਹੜੀ ਮੇਰੇ ਖਿਲਾਫ ਅੱਜ ਕੱਲ੍ਹ ਕੰਪੇਨ ਚੱਲਦੀ ਹੈ ਜੀ, ਉਸ ਕੰਪੇਨ ਦਾ ਸੈਂਟਰ ਵੀ ਬਠਿੰਡੇ 'ਚ ਹੈ। ਜਿਹੜਾ ਉਹ ਭਗੌੜਾ ਹੈ, ਉਹ ਕਿਸੇ ਜ਼ਮਾਨੇ 'ਚ ਆਪਣੇ ਆਪ ਨੂੰ ਪ੍ਰੋਗਰੈਸਿਵ ਸਮਝਦਾ ਸੀ ਤੇ ਹੁਣ ਕਹਾਉਂਦਾ ਹੁੰਦਾ ਸੀ, ਤੇ ਹੁਣ ਦੂਜੇ ਪਾਸੇ ਗਏ, ਉਹਨੇ ਫਿਰ ਉਹਨੂੰ ਰੀਪਰੋਡਿਊਸ ਕੀਤਾ ਜੀ। ਉਹਨੇ ਉਹੀ ਰਿਪੋਰਟ ਜਿਹੜੀ ਰੀਪਰੋਡਿਊਸ ਕੀਤੀ ਤੇ ਫਿਰ ਉਹਦਾ ਹਵਾਲਾ ਅਜਮੇਰ ਸਿੰਘ ਸਿੱਖ ਇਤਿਹਾਸਕਾਰ ਹੈ ਜਿਹੜਾ, ਉਹ ਨਾ ਤਾਂ ਅਖਬਾਰ ਦਾ ਨਾਂ ਲੈਂਦਾ ਨਾ ਉਹ ਪੱਤਰਕਾਰ ਦਾ ਨਾਂ ਲੈਂਦਾ, ਕਹਿੰਦਾ ਕਿਸੇ ਅਖਬਾਰ ਦੇ ਵਿੱਚ ਛਪਿਆ ਸੀ, ਉਹਦੇ ਵਿੱਚ ਉਹ ਸਾਰਾ ਹਵਾਲੇ ਦਿੰਦਾ ਉਹਨਾਂ ਰਿਪੋਰਟਾਂ ਦਾ ਕਿ RSS ਕਿਵੇਂ ਆਪਰੇਟ ਕਰਦੀ ਹੈ ਜੀ। ਸੋ ਇਹ ਜਿਹੜੀ ਹੈਗੀ ਹੈ ਆਪਰੇਸ਼ਨ, ਤਾਂ ਜਿਹੜਾ ਜੋ ਕੁਝ ਹੋਣਾ ਸੀ, ਇਹ ਵੀ ਵਿਰੋਧੀ ਧਿਰ ਨੇ ਗੱਲ ਕਹੀ ਕਿ ਇਹ ਉਹ ਅਨਸਰ ਹੈ ਜੀ, ਉਹਨਾਂ ਅਨਸਰਾਂ ਦੀ ਸ਼ਨਾਖਤ ਕੀਤੀ ਜਾਵੇ ਤੇ ਉਹਨਾਂ ਦੀ ਖਿਲਾਫ ਕਾਰਵਾਈ ਕੀਤੀ ਜਾਵੇ। ਕੱਲ ਬੜੀ ਸ਼ਿੱਦਤ ਦੇ ਨਾਲ ਤੇ ਬਹੁਤ ਹੀ ਧੜੱਲੇ ਦੇ ਨਾਲ ਪਾਰਲੀਮੈਂਟ ਦੇ ਵਿੱਚ ਸਰਕਾਰ ਨੂੰ ਘੇਰਿਆ, ਤੇ ਉਸੇ ਬਖਲਾਟ ਦੇ ਵਿੱਚੋਂ ਜਿਹੜੀ ਉਹ ਘੇਰਾਬੰਦੀ ਹੋਈ ਹੈ ਜੀ, ਉਹਦੇ ਵਿੱਚੋਂ ਹੀ ਤੋਮਰ ਸਾਹਿਬ ਫਿਰ ਆ ਕੇ ਪੰਜਾਬ ਨੂੰ ਟਾਰਗੇਟ ਕਰਦੇ, ਪੰਜਾਬ ਦਾ ਜਿਹੜਾ ਹੈਗਾ ਕਿਸਾਨ, ਕਿਉਂਕਿ ਬਹੁਤ ਗਿਣਤੀ ਸਿੱਖ ਭਾਈਚਾਰਾ, ਤੇ ਫਿਰ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਦੀ ਹੈ ਜੀ। ਵੈਸੇ ਢਿੱਲੋਂ ਸਾਹਿਬ, ਕਈ ਪਾਰਟੀਆਂ ਤਾਂ ਵੈਸੇ ਆਪਣੇ ਦੇਖ ਹੀ ਲਓ, ਖਾਸ ਕਰਕੇ ਆਪਣੇ ਬਠਿੰਡੇ ਦੇ ਆਲੇ ਦੁਆਲੇ ਦੇਖ ਲਓ, ਜਿਹੜਾ ਕੋਈ ਕਾਰ ਚੋਰ ਆ, ਕੋਈ ਕੁਛ ਆ, ਕੋਈ ਕੁਛ ਆ, ਉਹ ਇਹ ਪੋਲੀਟੀਕਲ ਪਾਰਟੀ ਬੜਾ ਅਗਾਂਹ ਕਰਕੇ ਰੱਖਦੀ ਹੈ। ਬਿਲਕੁਲ 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 ਬਿਲਕੁਲ। ਇੱਥੇ ਭਾਈਚਾਰੇ ਦੇ ਵਿੱਚ, ਆਪਣੇ ਵੀ ਪੰਜਾਬ ਦੇ ਵਿੱਚ ਅੱਗ ਲਾਉਣ ਨੂੰ ਇਹ ਕੋਸ਼ਿਸ਼ ਬਹੁਤ ਕਰਦੇ ਨੇ। ਤੇ ਦੂਜੀ ਗੱਲ ਕਰੀਏ ਕਿ ਆਪਾਂ ਇਹ ਵੀ ਗੱਲ ਕਰ ਸਕਦੇ ਹਾਂ ਕਿ ਅਸਹਿਮਤੀ ਦੀਆਂ ਆਵਾਜ਼ਾਂ ਤੇ ਮੁਕੱਦਮੇ ਜਿਹੜੇ ਆ, ਉਹ ਕੇਂਦਰ ਦੀ ਬੁਖਲਾਹਟ ਹੈ। ਇਹ ਕਿਹਨੇ ਕਿਹਾ ਜੀ? ਇਹ ਕਿਹਾ ਜੀ ਸੰਯੁਕਤ ਕਿਸਾਨ ਮੋਰਚਾ ਨੇ ਜੀ। ਕੱਲ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਅਧਿਕਾਰਤ ਬਿਆਨ ਦਿੱਤਾ, ਤੇ ਇਹ ਬਿਆਨ ਦੇਣ ਦਾ ਵੱਡਾ ਕਾਰਨ ਕੀ ਹੈ? ਗੱਲਾਂ ਨੂੰ ਤਾਂ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਆਪਾਂ ਕੱਲ ਗੱਲ ਕੀਤੀ ਸੀ ਕਿ ਕੁਝ ਕੁਮੰਤਰੀ ਹਸਤੀਆਂ ਨੇ ਜੀ ਭਾਰਤ ਦੇ ਕਿਸਾਨ ਅੰਦੋਲਨ ਦੇ ਉੱਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਸਭ ਤੋਂ ਪਹਿਲਾਂ ਤਾਂ ਉਹਦੇ ਬਾਰੇ ਜਿਹੜੀ ਗੱਲ ਕਹੀ ਹੈ, ਉਹ ਰਿਹਾਨਾ ਨੇ ਕਹੀ, ਤੇ ਰਿਹਾਨਾ ਦਾ ਮੈਂ ਅੱਜ ਦੇਖ ਲਿਆ ਜੀ, ਕਹਿੰਦੇ 10 ਕਰੋੜ ਫਾਲੋਅਰ ਆ ਉਹਦੇ ਜੀ। 10 ਕਰੋੜ ਫਾਲੋਅਰਸ ਵਾਲੀ ਜਿਹੜੀ ਲੜਕੀ ਨੇ ਇਹ ਗੱਲ ਕਹਿਤੀ, ਇੱਕ ਬੀਬੀ ਨੇ ਇਹ ਗੱਲ ਕਹਿਤੀ ਕਿ ਭਾਰਤ ਦੇ ਵਿੱਚ ਕਿਸਾਨ ਜਿਹੜੇ ਹੈਗੇ ਅੰਦੋਲਨ ਕਰ ਰਹੇ, ਤੇ ਅਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਜੀ। ਤੇ ਉਹ ਤੋਂ ਬਾਅਦ ਫਿਰ ਇੱਕ ਤਾਂਤਾ ਲੱਗ ਗਿਆ, ਔਰ ਉਸੇ ਤਾਂਤੇ ਦੇ ਸੰਦਰਭ ਦੇ ਵਿੱਚ ਹੀ ਗ੍ਰੇਟਾ ਥਨਬਰਗ ਜੀ, ਸਵੀਡਨ ਦੀ ਆਪਾਂ ਕੁੜੀ ਦੀ ਗੱਲ ਕੀਤੀ ਸੀ, ਜਿਹੜੀ ਇੱਕ ਵਾਤਾਵਰਨ ਐਕਟਿਵਿਸਟ ਹੈ, ਉਹਨੇ ਵੀ ਦੁਬਾਰਾ ਉਹ ਗੱਲ ਕਹੀ। ਲੇਕਿਨ ਬੁਖਲਾਟ ਸਾਡੀ ਸਰਕਾਰ ਦੀ ਦੇਖੋ, ਸਾਡੀ ਸਰਕਾਰ ਨੇ, ਦਿੱਲੀ ਪੁਲਿਸ ਨੇ ਕੱਲ ਇੱਕ FIR ਦਰਜ ਕਰ ਲਈ ਜੀ। ਜਿਹੜੀਆਂ ਪਹਿਲੀਆਂ ਰਿਪੋਰਟਾਂ ਆਈਆਂ ਸੀ, ਖਬਰਾਂ ਆਈਆਂ ਸੀ, ਉਹਨਾਂ ਖਬਰਾਂ ਦੇ ਮੁਤਾਬਕ ਇਹ ਸੀ ਕਿ ਗ੍ਰੇਟਾ ਥਨਬਰਗ ਨੂੰ ਉਹਦੇ ਵਿੱਚ ਇੱਕ ਦੋਸ਼ੀ ਦੇ ਰੂਪ ਦੇ ਵਿੱਚ ਨਾਮਜ਼ਦ ਕੀਤਾ ਗਿਆ। ਲੇਕਿਨ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਖੌਰੂ ਪੈਣਾ ਸ਼ੁਰੂ ਹੋ ਗਿਆ ਜੀ, ਦੁਨੀਆ ਦੇ ਵਿੱਚ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ, ਤੇ ਫਿਰ ਸ਼ਾਮ ਨੂੰ ਬਾਅਦ ਦੁਪਹਿਰ ਜਿਹੜੀ ਹੈਗੀ ਹੈ, ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਨੇ ਇੱਕ ਬਿਆਨ ਜਾਰੀ ਕੀਤਾ ਜੀ। ਉਹਨੇ ਕਿਹਾ ਜੀ, ਅਸੀਂ ਉਹਨਾਂ ਲੋਕਾਂ ਦੇ ਅਸੀਂ ਸਾਜ਼ਿਸ਼ ਬਣਾਉਣ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਹੈ ਜੀ। ਉਹ ਜਿਹੜੇ ਹੈਗੇ ਹੈ ਕੋਈ ਟਵਿੱਟਰ ਟੂਲ, ਕੋਈ ਇਸ ਕਿਸਮ ਦਾ ਸ਼ਬਦ ਹੈ, ਕਹਿੰਦੇ ਕੋਈ ਇਹੋ ਜਿਹੇ ਡਾਕੂਮੈਂਟਸ ਤਿਆਰ ਕੀਤੇ ਜਾਂਦੇ ਹੈ ਜੀ, ਜਿਹਦੇ ਰਾਹੀਂ ਮਤਲਬ ਇਸ ਕਿਸਮ ਦੀਆਂ ਅਫਵਾਹਾਂ ਫੈਲਾਈਆਂ ਜਾਣ। ਤੇ ਸਪਸ਼ਟ ਉਹਨੇ ਕੀਤਾ ਵੀ ਇਹਦੇ 'ਚ ਗ੍ਰੇਟਾ ਥਨਬਰਗ ਦਾ ਨਾਂ ਵੀ ਹੈ ਨਹੀਂ, ਤੇ ਰਿਹਾਨਾ ਦਾ ਨਾਂ ਵੀ ਹੈ। ਅੱਛਾ ਜੀ। ਇਹ ਹੁਣ ਉਹਨੇ ਸਪਸ਼ਟ ਇਹ ਤਾਂ ਗੱਲ ਕਹਿ ਦਿੱਤੀ, ਪਰ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਦਾਣੇ ਵਾਲੀਆਂ ਸਾਹਿਬ, ਕਿ ਨਾਂ ਜਿਹੜਾ ਲੁਕੋ ਲਿਆ ਜਾਂਦਾ, ਤੇ ਜਦੋਂ ਕੌਂਸਪੀਰੇਸੀ ਦੀ ਗੱਲ ਕਰਦੇ ਤੇ ਜਦੋਂ ਮਰਜ਼ੀ ਉਹਦੇ 'ਚ ਪਾਇਆ ਜਾ ਸਕਦਾ। ਆਪਾਂ ਦੇਖਿਆ ਕਿ ਅੱਜ ਕੱਲ੍ਹ ਜਿਹੜੀਆਂ FIR ਹੁੰਦੀਆਂ, ਹਜ਼ਾਰਾਂ ਅਣਪਛਾਤੇ ਬੰਦਿਆਂ ਨੇ ਆਹ ਗੱਲ ਕਰਤੀ, ਬਿਲਕੁਲ, ਤੇ ਹਜ਼ਾਰਾਂ ਦੇ ਵਿੱਚ ਜਿਹਨੂੰ ਮਰਜ਼ੀ ਹੈ, ਤੁਸੀਂ ਇੱਥੇ ਮਾਈਕ ਦੇ ਉੱਤੇ ਬੈਠੇ ਹੋ, ਤੁਸੀਂ ਆਪਣੇ ਘਰੋਂ ਇੱਥੋਂ ਤੱਕ ਆਉਂਦੇ, ਜਦੋਂ ਮਰਜ਼ੀ ਡੁੱਕ ਲਓ, ਹਾਂ, ਤੇ ਤੁਹਾਨੂੰ ਡੁੱਕ ਲੈਣ, ਕਹਿ ਦੇਣ ਜੀ ਵੀ ਇਹ ਤੁਸੀਂ ਉੱਥੇ ਆਹ ਗੱਲ ਕੀਤੀ, ਸਾਜ਼ਿਸ਼ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ। ਇਹ ਜਿਹੜਾ ਹੈਗਾ ਇਹਦਾ ਹੁਣ ਨੋਟਿਸ ਲਿਆ, ਇਹਦਾ ਨੋਟਿਸ ਲੈ ਕੇ
ਸਰਕਾਰ ਦੇ ਉੱਤੇ ਫਿਰ ਕਿਸਾਨ ਮੋਰਚੇ ਨੇ ਇਲਜ਼ਾਮ ਲਾਤਾ। ਜੀ ਉਹ ਕਹਿੰਦੇ ਵੀ ਇਹ ਜਿਹੜੀ ਹੈ ਸਾਡੀ ਕੇਂਦਰ ਦੀ ਸਰਕਾਰ ਜਿਹੜੀਆਂ ਅਸਹਿਮਤੀ ਦੀਆਂ ਆਵਾਜ਼ਾਂ ਦੇ ਉੱਤੇ ਜਿਹੜੇ ਮੁਕੱਦਮੇ ਦਰਜ ਕੀਤੇ ਜਾ ਰਹੇ ਹੈ, ਇਹ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ, ਜੀ ਉਹਦਾ ਸਿੱਟਾ ਹੈ। ਅਗਲੀ ਗੱਲ ਉਹ ਕਹਿੰਦੇ ਕਿ ਜਿਹੜੀ ਇੰਟਰਨੈਟ ਨੂੰ ਬੰਦ ਕੀਤਾ ਹੈ, ਜੀ ਇੰਟਰਨੈਟ ਨੂੰ ਵੀ ਇਸ ਕਰਕੇ ਬੰਦ ਕੀਤਾ ਕਿ ਜਿਹੜੀਆਂ ਅਸਹਿਮਤੀ ਹੈ, ਹੂੰ ਅਸਹਿਮਤੀ ਦੀਆਂ ਸੁਰਾਂ ਜਿਹੜੀਆਂ ਉਹਨਾਂ ਨੂੰ ਦਬਾਇਆ ਜਾ ਸਕੇ, ਕਿਉਂਕਿ ਗੋਦੀ ਮੀਡੀਆ ਨੇ ਕੁਝ ਦਿਖਾਉਣਾ ਨਹੀਂ। ਹੂੰ ਉਹ ਪ੍ਰੈਸ ਨੋਟ ਜਾਰੀ ਕਰ ਦਿੰਦੇ ਆ, ਪ੍ਰੈਸ ਨੋਟ ਅਖਬਾਰਾਂ ਆਪੋ ਆਪਣੀ ਸੁਵਿਧਾ ਦੇ ਮੁਤਾਬਕ ਜਿਹੜੀ ਉਹਨਾਂ ਦੀ ਪਾਲਿਸੀ ਹੁੰਦੀ ਉਹ ਜਿਵੇਂ ਛਾਪ ਦਿੰਦੇ ਆ। ਇੱਕ ਅੱਧਾ ਅਖਬਾਰ ਠੀਕ ਤਰੀਕੇ ਨਾਲ ਛਾਪਦਾ ਹੈ, ਲੇਕਿਨ ਜੇ ਉਹਨਾਂ ਨੇ ਕੋਈ ਆਪਣੀ ਗੱਲ ਕਹਿਣੀ ਹੈ ਤਾਂ ਉਹ ਔਨ ਏਅਰ ਕਹਿਣਗੇ, ਜੀ ਜਾਂ ਉਹ ਆਪਣਾ ਅਧਿਕਾਰਤ ਬਿਆਨ ਜਿਹੜਾ ਹੈ ਉਹ ਨੈੱਟ ਦੇ ਜ਼ਰੀਏ ਜਾਰੀ ਕਰਨਗੇ। ਔਨ ਏਅਰ ਜਿਹੜੀ ਗੱਲ ਕਰਨੀ ਹੈ ਨੈੱਟ ਤੋਂ ਬਗੈਰ ਉਹ ਵੀ ਨਹੀਂ ਹੁੰਦੀ। ਤੇ ਜਦੋਂ ਤੁਸੀਂ ਨੈੱਟ ਹੀ ਬੰਦ ਕਰਤਾ, ਇੰਟਰਨੈਟ ਹੀ ਬੰਦ ਕਰਤਾ, ਤਾਂ ਉਦੋਂ ਹੋਊਗੀ। ਆਪਾਂ ਪਿਛਲੇ ਦਿਨਾਂ 'ਚ ਗੱਲ ਕੀਤੀ ਸੀ, ਇਹ ਤਾਂ ਹੁਣ ਆ ਹੀ ਗਿਆ ਹੈ, ਮਤਲਬ ਕੌਮਾਂਤਰੀ ਪੱਧਰ ਤੇ ਸੋਚਣ ਲੱਗ ਗਏ ਲੋਕ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰਕ ਦੇਸ਼ ਹੈ। ਜੀ ਲੇਕਿਨ ਇਹ ਵੀ ਕਹਿੰਦੇ ਭਾਰਤ ਨੂੰ ਸ਼ਾਬਾਸ਼ ਜਾਂਦੀ ਹੈ ਕਿ 2019 ਦੇ ਵਿੱਚ ਜਿਹੜੀ ਹੈ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਸਭ ਤੋਂ ਸੌਖਾ ਤਰੀਕਾ ਵੀ ਭਾਰਤ ਨੇ ਅਡਾਪਟ ਕੀਤਾ ਹੈ, ਜੀ ਤੇ ਉਹ ਹੈ ਇੰਟਰਨੈਟ ਬੰਦ ਕਰ ਦਿਓ। 2019 ਦੇ ਵਿੱਚ ਇਹਨਾਂ ਨੇ ਇੰਟਰਨੈਟ ਕਿੱਥੇ ਬੰਦ ਕੀਤਾ ਜੀ? ਕਸ਼ਮੀਰ ਦੇ ਵਿੱਚ। ਕਸ਼ਮੀਰ 'ਚ ਇੰਟਰਨੈਟ ਬੰਦ ਕਰਕੇ ਤੇ ਫਿਰ ਉੱਥੇ ਤਸ਼ੱਦਦ ਦਾ ਦੌਰ ਚਲਾਇਆ। ਤਸ਼ੱਦਦ ਦਾ ਦੌਰ ਸਿਰਫ ਇਹ ਨਹੀਂ ਹੁੰਦਾ ਕਿ ਲੋਕਾਂ ਨੂੰ ਮਾਰਿਆ ਜਾਂਦਾ ਜਾਂ ਉਹਨਾਂ ਨੂੰ ਕੁੱਟਿਆ ਜਾਂਦਾ, ਸਗੋਂ ਜੇ ਤੁਸੀਂ ਕਿਸੇ ਨੂੰ ਨਜ਼ਰਬੰਦ ਕਰ ਦਿਓ, ਜੀ ਕਿਸੇ ਨੂੰ ਜੇਲ੍ਹ ਬੰਦ ਕਰ ਦਿਓ, ਕਿਸੇ ਨੂੰ ਹਾਊਸ ਅਰੈਸਟ ਕਰ ਦਿਓ, ਉਹ ਵੀ ਉਹਦੇ ਮਨੁੱਖੀ ਅਧਿਕਾਰਾਂ ਦੀ ਇੱਕ ਤਰ੍ਹਾਂ ਦੀ ਉਲੰਘਣਾ ਹੈ। ਕਿਉਂਕਿ ਬੰਦਾ ਜਦੋਂ ਆਪਣੀ ਮਰਜ਼ੀ ਦੇ ਨਾਲ ਕਿਤੇ ਵਿਚਰ ਹੀ ਨਹੀਂ ਸਕਦਾ। ਤੁਹਾਡੀ ਯਾਦ ਹੋਣਾ ਕਿ ਸਾਡੇ ਗ੍ਰਹਿ ਮੰਤਰੀ ਸਾਹਿਬ ਨੇ ਇੱਕ ਵਾਰੀ ਜਦੋਂ ਪਾਰਲੀਮੈਂਟ 'ਚ ਮਾਮਲਾ ਉੱਠਿਆ ਸੀ ਜੀ ਕਿ ਫਾਰੂਕ ਅਬਦੁੱਲਾ ਸਾਹਿਬ ਪਾਰਲੀਮੈਂਟ ਦੇ ਮੈਂਬਰ ਹੈ, ਸ਼੍ਰੀਨਗਰ ਤੋਂ, ਉਹ ਕਿੱਥੇ ਹੈ? ਤੇ ਗ੍ਰਹਿ ਮੰਤਰੀ ਜੀ ਨੇ ਕਿਹਾ ਸੀਗਾ ਕਿ ਜੀ ਉਹ ਤਾਂ ਆਪਣੇ ਘਰੇ ਬੈਠੇ ਆਰਾਮ ਨਾਲ, ਉਹ ਤਾਂ ਬਿਲਕੁਲ ਠੀਕ ਠਾਕ ਆਪਣੇ ਘਰੇ ਬੈਠੇ, ਆ ਨਹੀਂ ਰਹੇ। ਤੇ ਠੀਕ ਉਸੇ ਵੇਲੇ ਫਾਰੂਕ ਅਬਦੁੱਲਾ ਸਾਹਿਬ ਨੇ ਆਪਦੀ ਬਾਲਕੋਨੀ ਦੇ ਵਿੱਚ ਆ ਕੇ ਪੱਤਰਕਾਰਾਂ ਨੂੰ ਆਵਾਜ਼ਾਂ ਮਾਰ ਕੇ ਕਿਹਾ ਸੀ ਕਿ ਮੇਰੇ ਬਾਹਰ 'ਚ ਪੁਲਿਸ ਲਾਈ ਪਈ ਹੈ, ਜੀ ਮੈਂ ਹਾਰਟ ਦਾ ਪੇਸ਼ੈਂਟ ਹਾਂ, ਬਿਮਾਰ ਬੰਦਾ, ਮੈਂ ਦਵਾਈ ਲੈਣ ਜਾਣਾ ਤੇ ਮੈਨੂੰ ਦਵਾਈ ਲੈਣ ਦੀ ਵੀ ਇਜਾਜ਼ਤ ਹੈ ਨਹੀਂ, ਪੁਲਿਸ ਵਾਲੇ ਮੈਨੂੰ ਗਾਹ ਨਹੀਂ ਤੁਰਨ ਦਿੰਦੇ। ਜੇ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਤਾਂ ਫਿਰ ਅਸੀਂ ਇਸੇ ਨੂੰ ਕਹਾਂਗੇ ਨਾ ਕਿ ਜਿਹੜੀਆਂ ਅਸਹਿਮਤੀ ਦੀਆਂ ਸੁਰਾਂ ਉਹਨਾਂ ਨੂੰ ਦਬਾਉਣਾ ਇਹ ਸਰਕਾਰ ਦੀ ਬੁਖਲਾਹਟ ਦਾ ਵੱਡਾ ਨਤੀਜਾ ਹੈ। ਚਾਹੇ ਉਹ ਜਿਹੜੀਆਂ ਹੈਗੀਆਂ ਕੌਮਾਂਤਰੀ ਹਸਤੀਆਂ ਦੇ ਖਿਲਾਫ ਪਰਚਾ ਦਰਜ ਕਰਨਾ ਹੋਵੇ, ਚਾਹੇ ਸ਼ਾਸਕਾਂ ਦੇ ਕੇਸ ਦਰਜ ਕਰਨੇ ਹੋਣ, ਚਾਹੇ ਇੰਟਰਨੈਟ ਬੰਦ ਕਰਨਾ ਹੋਵੇ, ਤੇ ਚਾਹੇ ਜਿਹੜੇ ਹੈਗੇ ਅੰਦੋਲਨਾਂ ਦੇ ਲੀਡਰ, ਪੋਲੀਟੀਕਲ ਲੀਡਰ, ਉਹਨਾਂ ਨੂੰ ਨਜ਼ਰਬੰਦ ਕਰਨਾ ਹੋਵੇ। ਆਪਾਂ ਨੂੰ ਦੇਖਿਆ ਜਿੰਨੀ ਕਿਸਾਨ ਲੀਡਰਸ਼ਿਪ ਹੈ, ਸਾਰੀ ਕਿਸਾਨ ਲੀਡਰਸ਼ਿਪ ਨੂੰ ਨੋਟਿਸ ਦਿੱਤਾ ਕਿ ਤੁਹਾਡੇ ਖਿਲਾਫ ਕਿਉਂ ਨਾ ਕਾਰਵਾਈ ਕੀਤੀ ਜਾਵੇ, 3 ਦਿਨਾਂ ਦੇ ਵਿੱਚ ਤੁਸੀਂ ਜਵਾਬ ਦਿਓ। ਉਹਨਾਂ ਤੋਂ 3 ਦਿਨਾਂ 'ਚ ਜਵਾਬ ਮੰਗੀ ਜਾਂਦੇ ਤੇ ਨਾਲ ਦੀ ਨਾਲ ਹੀ ਖਬਰ ਆ ਗਈ ਕਿ ਉਹਨਾਂ ਦੇ ਖਿਲਾਫ ਤਾਂ FIR ਵੀ ਕਰਤੀ। ਫਿਰ ਜੇ FIR ਦਰਜ ਕਰਤੀ, ਫਿਰ ਐਡੀ ਕਾਲੀ ਵੀ ਕੀ ਸੀ? ਘੱਟੋ ਘੱਟ ਉਹਨਾਂ ਦਾ ਜਵਾਬ ਤਾਂ ਅੜੀਕ ਲੈਂਦੇ, ਜਵਾਬ ਹੀ ਨਹੀਂ ਅੜੀਕਿਆ ਤੇ ਪਰਤਾ। ਇਹ ਮਾਮਲਾ ਕੱਲ ਜਿਹੜਾ ਹੈਗਾ ਕਿਸਾਨ ਮੋਰਚੇ ਨੇ ਉਠਾਇਆ। ਪਰ ਢਿੱਲੋਂ ਸਾਹਿਬ ਦੇਖੋ, ਹੁਣ ਆਪਾਂ ਬਾਹਲੀ ਗੱਲ ਦੇਖੋ, ਹਜੇ ਖਾਸ ਕਰਕੇ ਗਾਜ਼ੀਪੁਰ ਦਾ ਜ਼ਿਕਰ ਕਰਨਾ ਕਿਉਂ ਬਣਦਾ? ਸਿੰਘੂ ਦਾ ਵਾਲਾ ਪਾਸਾ ਜਿਹੜਾ ਇਹ ਵੀ ਹਜੇ ਥੋੜਾ ਮੋਟਾ ਹਰਿਆਣੇ ਵਾਲੇ ਪਾਸਿਓਂ ਖੁੱਲਾ ਜੀ, ਤੇ ਉਹਦੀਆਂ ਗਲੀਆਂ ਵੀ ਲੱਗਦੀਆਂ ਨੇ ਆਲੇ ਦੁਆਲੇ ਜੀ, ਟਿਕਰੀ ਵੀ ਖੁੱਲਾ ਹੈ। ਪਰ ਦੇਖੋ ਗਾਜ਼ੀਪੁਰ ਦੀ ਸਥਿਤੀ ਜੇਕਰ ਜਾ ਕੇ ਦੇਖੋ ਨਾ, ਉਹ ਪਹਿਲੀ ਗੱਲ ਤਾਂ ਉਹ ਜਿਹੜਾ ਮੇਰਠ ਹਾਈਵੇ ਹੈ ਉਹ ਆਲਰੇਡੀ ਐਲੀਵੇਟਡ ਹੈ, ਉਹ ਆਪਣੇ ਆਪ 'ਚ ਹੀ ਇੱਕ ਪਾਸਿਆਂ ਤੋਂ ਕੈਦ ਹੈ ਤੇ ਉਹ ਉੱਚਾ ਹੈ, 15-20 ਫੁੱਟ ਉੱਚਾ ਹੈ, ਇਹਦਾ ਕਰਕੇ ਪਾਸੇ ਉਹ ਆ ਨਹੀਂ ਸਕਦੇ। ਚੜ੍ਹਨਾ ਤਾਂ ਉੱਥੇ ਅੱਗੋਂ ਪਿੱਛੋਂ ਜਾਣਾ ਪਊਗਾ, ਜਾਂ ਹੇਠਾਂ ਇੱਕ ਪੁਲ ਸੀਗਾ, ਉਹ ਪੁਲ ਤੋਂ ਵੀ ਤੁਸੀਂ 1.5 ਕਿਲੋਮੀਟਰ ਪਿੱਛੇ ਜਾ ਕੇ ਉੱਪਰ ਚੜ੍ਹਦੇ। ਪੁਲ ਦੇ ਥੱਲੇ ਇੱਕ ਪਾਸੇ ਕਿਸਾਨ ਸੀ, ਦੂਜਾ ਪਾਸਾ ਖਾਲੀ ਸੀ। ਸਥਿਤੀਆਂ ਇਹ ਹੋ ਗਈਆਂ ਨੇ ਕਿ ਦਿੱਲੀ ਵਾਲੇ ਪਾਸੇ ਤਾਂ ਲਾ ਹੀ ਦਿੱਤਾ, ਸਾਰੇ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ, ਕਹਿਣ ਤੋਂ ਭਾਵ ਵੀ ਓਪਨ ਜੇਲ੍ਹ ਬਣਾ ਦਿੱਤੀ ਗਈ ਆ। ਜੇਕਰ ਤੁਸੀਂ ਉੱਥੇ ਪਾਣੀ ਲਿਜਾਣਾ ਤਾਂ ਸਿਰਾਂ 'ਤੇ ਲਿਜਾਓ, ਆਮ ਲੋਕਾਂ ਨੇ ਜਾਣਾ ਤਾਂ ਜੇਬਾਂ ਦੀਆਂ ਤਲਾਸ਼ੀਆਂ ਲਈ ਜਾਂਦੀਆਂ, ਰਾਸ਼ਨ ਬੰਦ, ਪਾਣੀ ਬੰਦ। ਜੇਕਰ ਦਿੱਲੀ ਸਰਕਾਰ ਉੱਥੇ ਕੋਈ ਜਲ ਬੋਰਡ ਦਾ ਟੈਂਕਰ ਭੇਜਦੀ ਆ, ਉਹ ਨਹੀਂ ਪਹੁੰਚ ਦਿੱਤਾ ਜਾਂਦਾ, ਵਿਰੋਧੀ ਧਿਰ ਜਾਂਦੀ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ। ਇਹ ਕਿਆ ਹੈ, ਕੀ ਹੋ ਰਿਹਾ ਹੈ? ਇਹੀ ਤਾਂ ਚੀਜ਼ ਹੈ ਕਿ ਜਦੋਂ ਟਕੈਤ ਨੇ ਇਹੀ ਗੱਲ ਕਹੀ ਸੀ ਨਾ ਕਿ ਜਦੋਂ ਹਾਕਮ ਡਰਦਾ ਹੈ ਉਦੋਂ ਘੇਰਾਬੰਦੀ ਕਰਦਾ ਹੈ, ਉਹਦਾ ਭਾਵ ਅਰਥ ਇਹੀ ਬਣਦਾ। ਨਾਅਰੇ ਲਵਾਏ ਸੀ, ਜਿਸ ਢੰਗ ਦੇ ਨਾਲ ਤੁਸੀਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਜਿਹੜੇ ਅੰਦੋਲਨ ਕਰਦੇ ਹੈ। ਅੱਜ ਅਮਰੀਕਾ ਦਾ ਇੱਕ ਅਧਿਕਾਰਤ ਬਿਆਨ ਆਇਆ ਜੀ, ਅਮਰੀਕਾ ਨੇ ਜਿਹੜੇ ਨਵੇਂ ਕਾਨੂੰਨ ਬਣੇ ਆ, ਉਹ ਕਹਿੰਦੇ ਵੀ ਇਹੋ ਜਿਹੇ ਕਾਨੂੰਨ ਬਣਨੇ ਚਾਹੀਦੇ ਆ ਕਿਉਂਕਿ ਇਹ ਉਹਨਾਂ ਦੀ ਪਾਲਿਸੀ ਹੈ ਜੀ। ਅਮਰੀਕਾ ਦੇ ਦਬਾਅ ਦੇ ਨਾਲ ਹੀ ਜਿਹੜੀ ਹੈਗੀ ਗੈਟ ਸਮਝੌਤਾ ਹੋਇਆ ਸੀ, ਕਿਉਂਕਿ ਅਮਰੀਕਾ ਬਹੁਤ ਜਿਹੜੇ ਹੈ ਕਾਰਪੋਰੇਟਰਾਂ ਦਾ ਕਾਰਪੋਰੇਟਰ ਹੈ ਜੀ। ਹਾਂ, ਸਹੀ ਗੱਲ ਹੈ, ਉਹ ਕਾਰਪੋਰੇਟਰਾਂ ਦਾ ਕਾਰਪੋਰੇਟਰ ਹੈ। ਉਹਨਾਂ ਨੇ ਕਿਉਂਕਿ ਉਹ ਜਿਹੜੀਆਂ ਆਪਣੇ ਦੇਸ਼ ਨੂੰ ਫੈਸਿਲਿਟੀਜ਼ ਦਿੰਦੇ ਆ, ਸਾਡੇ ਲੋਕ ਕਹਿੰਦੇ ਕਿ ਉੱਥੇ ਆਹ ਕੁਛ ਹੈ,
ਉਹ ਜਿਹੜੇ ਤੀਜੇ ਜਗਤ ਦੇ ਲੋਕ ਹੈ ਜਿਨ੍ਹਾਂ ਨੂੰ ਅਸੀਂ ਡਿਵੈਲਪਿੰਗ ਕੰਟਰੀ ਕਹਿੰਦੇ ਆ, ਉਹਨਾਂ ਦੀ ਲੁੱਟ ਖਸੁੱਟ ਕਰਕੇ ਉਹ ਪੈਸਾ ਜਿਹੜਾ ਹੈਗਾ ਉਹਨਾਂ ਦੇ ਕਾਰਪੋਰੇਟਰਾਂ ਦੇ ਕੋਲੇ ਆਉਂਦੇ ਆ, ਉਹਨਾਂ ਦੀ ਅਮੀਰੀ ਦਾ ਕਾਰਨ ਉਹ ਬਣਦਾ ਹੈ। ਜੀ ਉਹਨਾਂ ਦੀਆਂ ਪਾਲਿਸੀਆਂ ਇਸ ਕਿਸਮ ਦੀਆਂ, ਇਸ ਲਈ ਜਿਹੜੀਆਂ ਪਾਲਿਸੀਆਂ ਉਹਨਾਂ ਦੇ ਫਿੱਟ ਬੈਠਦੀਆਂ ਉਹਨੂੰ ਤਾਂ ਉਹ ਚੰਗਾ ਕਹਿਣਗੇ। ਲੇਕਿਨ ਇੱਕ ਗੱਲ ਉਹਨਾਂ ਨੇ ਬਹੁਤ ਵਧੀਆ ਕਹੀ ਹੈ ਜੀ, ਉਹਨਾਂ ਨੇ ਕਹੀ ਹੈ ਕਿ ਕਿਸੇ ਵੀ ਜਮਹੂਰੀਅਤ ਦੇ ਵਿੱਚ ਜਿਹੜਾ ਪੁਰ ਅਮਨ ਅੰਦੋਲਨ ਹੈ ਜੀ, ਉਹ ਜਮਹੂਰੀਅਤ ਦੀ ਪਛਾਣ ਹੈ ਜੀ, ਕਿ ਇਸ ਦੇਸ਼ ਦੇ ਵਿੱਚ ਜਮਹੂਰੀਅਤ ਹੈਗੀ ਹੈ ਜੇ ਲੋਕ ਪੁਰ ਅਮਨ ਅੰਦੋਲਨ ਕਰਦੇ। ਇਹ ਲੋਕ ਬੰਬ ਨਹੀਂ ਚਲਾਉਂਦੇ, ਇਹ ਲੋਕ ਬੰਦੂਕਾਂ ਨਹੀਂ ਚਲਾਉਂਦੇ, ਬਿਲਕੁਲ, ਉਹ ਤਾਂ ਪੁਰਅਮਨ ਬੈਠੇ ਹੈ। ਤੇ ਪੁਰਅਮਨ ਬੈਠੇ ਹੋਏ ਬੰਦਿਆਂ ਦਾ ਤੁਸੀਂ ਪਾਣੀ ਵੀ ਕੱਟਦੇ ਹੋ, ਤੁਸੀਂ ਬਿਜਲੀ ਵੀ ਕੱਟਦੇ ਹੋ, ਤੁਸੀਂ ਉਹਨਾਂ ਦੀ ਟਾਇਲਟ ਫੈਸਿਲਿਟੀਜ਼ ਵੀ ਬੰਦ ਕਰ ਦਿਓ ਤਾਂ ਫੇਰ ਹੋਊਗਾ ਕੀ? ਤੇ ਰਹਿੰਦੀ ਖੂੰਦੀ ਕਸਰ ਇਹ ਕਰ ਦਿੱਤੀ ਕਿ ਉਹਨਾਂ ਦੇ ਆਲੇ ਦੁਆਲੇ ਵਾੜਾਂ ਕਰਤੀਆਂ, ਉਹਨਾਂ ਦੇ ਆਲੇ ਦੁਆਲੇ ਕਿੱਲ ਕੱਟਤੇ ਜੀ। ਇਹ ਸਾਰਾ ਕੁਝ ਹੋ ਗਿਆ। ਤੇ ਇਹ ਜਦੋਂ ਹੁਣ ਸਾਰੀ ਚੀਜ਼ ਸਾਹਮਣੇ ਆ ਗਈ ਤਾਂ ਪਾਰਲੀਮੈਂਟ ਦੀਆਂ 10 ਪਾਰਟੀਆਂ ਨਾਲ ਸੰਬੰਧਿਤ ਪਾਰਲੀਮੈਂਟ ਦੇ 15 ਜਿਹੜੇ ਹੈਗੇ ਮੈਂਬਰ ਉਹ ਇੱਕ ਬੱਸ ਦੇ ਵਿੱਚ ਬੈਠ ਕੇ ਉੱਥੇ ਜਾਂਦੇ ਕਿ ਚਲੋ ਜੀ ਆਪਾਂ ਉਹਨਾਂ ਦੀ ਖਬਰਸਾਰ ਤਾਂ ਲਈਏ ਜੀ। ਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਦੇਸ਼ ਦੇ ਅੰਦਰ ਆਪਣੇ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਹੈ ਨਹੀਂ ਜੀ। ਇਹਨੂੰ ਕੀ ਕਹੋਗੇ ਤੁਸੀਂ? ਇਹਨੂੰ ਜੇ ਹੁਣ ਆਪਾਂ ਕਹੀਏ ਤਾਂ ਮੇਰੇ ਯਾਦ ਆਉਂਦਾ ਹੈ ਕੁਝ ਸਮਾਂ ਪਹਿਲਾਂ, ਕੁਝ ਸਾਲ ਪਹਿਲਾਂ ਜੀ, ਐਮਰਜੈਂਸੀ ਦੀ ਵਰ੍ਹੇਗੰਢ ਉੱਪਰ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀ ਲਾਲ ਕ੍ਰਿਸ਼ਨ ਅਡਵਾਨੀ ਨੇ ਜੀ। ਲਾਲ ਕ੍ਰਿਸ਼ਨ ਅਡਵਾਨੀ ਐਮਰਜੈਂਸੀ ਦਾ ਭੁਗਤ ਭੋਗੀ ਸੀ ਕਿਉਂਕਿ ਐਮਰਜੈਂਸੀ ਵੇਲੇ ਸਾਰੇ ਲੀਡਰਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਸੀ ਜੀ। ਅਡਵਾਨੀ ਵੀ ਬੰਦ ਸੀ, ਵਾਜਪਾਈ ਵੀ ਬੰਦ ਸੀ। ਤੇ ਅਡਵਾਨੀ ਹੋਰਾਂ ਨੇ ਜਿਨ੍ਹਾਂ ਨੇ ਸਾਰੀ ਕੁਛ ਚੀਜ਼ ਦੇਖੀ ਵੀ ਹੈ ਜੀ, ਉਹਨਾਂ ਨੇ ਇੱਕ ਟਿੱਪਣੀ ਕੀਤੀ ਸੀ, ਭਵਿੱਖਬਾਣੀ ਵੀ ਨਹੀਂ ਕਹਿ ਸਕਦਾ, ਮੈਨੂੰ ਟਿੱਪਣੀ ਕਹੀ ਸੀ ਕਿ ਦੇਸ਼ ਜੀ ਤੇਜ਼ੀ ਨਾਲ ਅਣਐਲਾਨੀ ਐਮਰਜੈਂਸੀ ਵੱਲ ਵਧ ਰਿਹਾ ਜੀ। ਪਾਰਲੀਮੈਂਟ ਦੇ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਹੈ ਨਹੀਂ ਗੀ। ਪੁਲਿਸ ਵਾਲੇ ਕਹਿੰਦੇ ਜੀ ਉੱਪਰੋਂ ਹੁਕਮ ਆ ਗਿਆ ਜੀ। ਤਾਂ ਨੈਚੁਰਲੀ ਹੈ ਪਾਰਲੀਮੈਂਟ ਦੇ ਮੈਂਬਰ ਚੁੱਪ ਕਰਕੇ ਚਲੇ ਗਏ ਤੇ ਉਹਨਾਂ ਨੇ ਕਿਹਾ ਜੀ ਅਸੀਂ ਸਪੀਕਰ ਕੋਲੇ ਸ਼ਿਕਾਇਤ ਕਰਾਂਗੇ। ਹੁਣ ਉਹ ਸਪੀਕਰ ਸਾਹਿਬ ਕੋਲੇ ਸ਼ਿਕਾਇਤ ਉਹਨਾਂ ਨੇ ਕਰਤੀ ਹੋਣੀ ਹੈ, ਮੇਰਾ ਨਹੀਂ ਖਿਆਲ ਵੀ ਸਪੀਕਰ ਸਾਹਿਬ ਨੇ ਹੁਣ ਤੱਕ ਕੋਈ ਉਹਦਾ ਮਤਲਬ ਜਿਹੜਾ ਨੋਟਿਸ ਲਿਆ ਹੋਵੇ ਵੀ ਸ਼ਿਕਾਇਤ ਆ ਗਈ ਹੈ। ਮੇਰਾ ਖਿਆਲ ਹੈ ਵੀ ਇਹ ਤੋਂ ਜੱਗੋਂ ਇਹਦੇ ਨਾਲ ਜੱਗੋਂ 13ਵੀਂ ਕੋਈ ਹੋਰ ਹੋ ਨਹੀਂ ਸਕਦੀ। ਇਹਨੂੰ ਅਸੀਂ ਜੱਗੋਂ 13ਵੀਂ ਕਹਾਂਗੇ ਕਿ ਅੰਦੋਲਨਕਾਰੀ, ਜੇ ਤੁਸੀਂ ਇਹ ਕਹਿੰਦੇ ਹੋ ਕਿ ਉਹ ਅੰਦੋਲਨ ਤਾਂ ਇੱਕ ਸੂਬੇ ਦਾ ਹੈ ਜੀ, ਇੱਕ ਸਟੇਟ ਦਾ ਹੈ, ਥੋੜ੍ਹੇ ਜਿਹੇ ਲੋਕਾਂ ਦਾ ਅੰਦੋਲਨ ਹੈ, ਤੇ ਫਿਰ ਇਹ ਯੂਪੀ ਤੇ ਜਿਹੜੀ ਹੈਗੀ ਹੈ ਤੁਹਾਡੀ ਦਿੱਲੀ ਦੇ ਸੰਨ ਦੇ ਵਿੱਚੋਂ ਘੇਰਾਬੰਦੀ ਕਿਉਂ ਕੀਤੀ ਹੈ? ਇਹਦਾ ਜਵਾਬ ਪਾਰਲੀਮੈਂਟ ਬੈਠੀ ਹੈ ਜੀ। ਪਾਰਲੀਮੈਂਟ ਨੂੰ ਵੀ ਮੰਗਣਾ ਚਾਹੀਦਾ, ਲੇਕਿਨ ਇਹਦਾ ਜਵਾਬ ਲੋਕ ਵੀ ਪੁੱਛਦੇ ਹੈ। ਉਹ ਅਰਨਬ ਗੋਸਵਾਮੀ ਕਹਿੰਦੇ ਨਾ, ਪੁੱਛਤਾ ਹੈ ਭਾਰਤ ਤਾਂ ਆਹ ਸਵਾਲ ਪੁੱਛਦਾ, ਇਹਨਾਂ ਦਾ ਜਵਾਬ ਦਿਓ। ਇਹਨਾਂ ਦਾ ਜਵਾਬ ਕੌਣ ਦੇਊਗਾ ਜੀ? ਉਧਰ ਸਿੰਘੂ ਬਾਰਡਰ ਤੋਂ ਵੀ ਖਬਰਾਂ ਆ ਰਹੀਆਂ ਢਿੱਲੋਂ ਸਾਹਿਬ, ਉੱਥੇ ਵੀ ਇਹੀ ਕੁਛ ਹੋ ਗਿਆ। ਉੱਥੇ ਹੋਰ ਕੰਮ ਚਲਾ ਲਿਆ ਹੁਣ ਦਿੱਲੀ ਪੁਲਿਸ ਨੇ। ਉਹਨੇ ਜਦੋਂ ਭਾਸ਼ਣ ਦਿੰਦੇ ਆ ਨਾ ਕਿਸਾਨ, ਉਧਰ ਨੂੰ ਵੱਡੇ ਵੱਡੇ ਸਪੀਕਰ ਲਾਤੇ ਤੇ ਗਾਣੇ ਲਾਤੇ ਪੁਲਿਸ ਨੇ ਵੀ ਉਹ ਭਾਸ਼ਣ, ਉਹਨਾਂ ਦਾ ਭਾਸ਼ਣ ਲੋਕਾਂ ਨੂੰ ਨਾ ਸੁਣੇ। ਦੱਸੋ ਕੀ ਕਰੋਗੇ ਤੁਸੀਂ? ਵਾਹ ਕਿਆ ਵਾਹ ਲੋਕਤੰਤਰ ਤੇਰੇ ਵਾਹ ਜੀ। ਇਹ ਨਾ ਢਿੱਲੋਂ ਸਾਹਿਬ ਕਈ ਵਾਰੀ ਨਾ ਫਿਰ ਹੁਣ ਸਾਡੇ ਨਾ ਹੁਣ ਸਮਝਦੇ ਨਹੀਂ ਭਰਾ ਵੀ ਇਹ ਹੈ ਕੀ, ਤੁਸੀਂ ਉਹ ਸਮਝ ਜਾਓ ਹੈ ਜੀ ਕਿਵੇਂ ਤੁਹਾਨੂੰ ਉਹ ਫਿਰ ਉਹ ਮੇਰਾ ਖਿਆਲ ਉਹ ਜਿਵੇਂ ਆਪਣੇ ਦੇਸੀ ਬਾਬੇ ਕਹਿੰਦੇ ਨੇ ਭਾਰਤ ਦੇ ਵਿੱਚ ਡੈਮੋਕ੍ਰੇਸੀ ਨਹੀਂ ਡੰਡੋਕ੍ਰੇਸੀ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਜੀ। ਮਿਹਰਬਾਨੀ, ਸ਼ੁਕਰੀਆ। ਸੋ ਹੁਣ ਮੁਲਾਕਾਤ ਹੋਏਗੀ ਸੋਮਵਾਰ ਨੂੰ। ਸ਼ਮਾਦਾਨ।